गुड मॉर्निंग टू ऑल। मैं उपासना अत्री, गवर्नमेंट आईटीआई 5 फेस मोहाली। ਅੱਜ ਦਾ ਆਪਣਾ ਟੌਪਿਕ ਹੈ ਸੇਵਿੰਗ ਡਿਫੈਕਟ, ਯਾਨੀ ਕਿ ਕੱਪੜੇ ਜਦੋਂ ਅਸੀਂ ਸੀ ਲੈਂਦੇ ਹਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਨੁਕਸ ਪੈ ਜਾਂਦੇ ਹਨ, ਜਿਹੜੇ ਨੁਕਸ ਸਾਨੂੰ ਕਈ ਵਾਰ ਪ੍ਰੋਬਲਮ ਕ੍ਰੀਏਟ ਕਰਦੇ ਨੇ ਤੇ ਅਸੀਂ ਸਾਨੂੰ ਅੱਛਾ ਫੀਲ ਨਹੀਂ ਹੁੰਦਾ, ਕੱਪੜਾ ਪਾਉਣ ਵਾਲੇ ਨੂੰ ਵੀ ਅੱਛਾ ਫੀਲ ਨਹੀਂ ਹੁੰਦਾ ਔਰ ਕੱਪੜਾ ਪਾਇਆ ਹੋਇਆ ਸੋਹਣਾ ਵੀ ਨਹੀਂ ਲੱਗਦਾ। ਇਸ ਲਈ ਕਈ ਨੁਕਸ ਇਹੋ ਜਿਹੇ ਨੇ ਜੋ ਅਸੀਂ ਦੂਰ ਕਰ ਸਕਦੇ ਹਾਂ, ਕੁਝ ਨੁਕਸ ਇਹੋ ਜਿਹੇ ਨੇ ਜੋ ਅਸੀਂ ਦੂਰ ਨਹੀਂ ਕਰ ਸਕਦੇ। ਸਾਨੂੰ ਉਹ ਪੀਸ ਹੀ ਰਿਪਲੇਸ ਕਰਨਾ ਪਏਗਾ ਜਾਂ ਸਾਨੂੰ ਉਹ ਚੀਜ਼ ਸੁੱਟਣ ਲੱਗੇ ਵੀ ਟਾਈਮ ਲੱਗਦਾ ਹੈ ਕਿ ਅਸੀਂ ਪੈਸੇ ਲਗਾਏ ਹੁੰਦੇ ਨੇ। ਲੇਕਿਨ ਕੁਝ ਡਿਫੈਕਟ ਇਹੋ ਜਿਹੇ ਨੇ ਜਿਹੜੇ ਕਿ ਸਾਨੂੰ ਪਤਾ ਵੀ ਨਹੀਂ ਲੱਗਦੇ, ਅਸੀਂ ਵੈਸੇ ਹੀ ਕੱਪੜਾ ਖਿੱਚਦੇ ਰਹਿੰਦੇ ਹਾਂ ਜਦ ਤੱਕ ਕੱਪੜਾ ਫਟ ਨਾ ਜਾਵੇ। ਤਾਂ ਜ਼ਰੂਰੀ ਹੈ ਕਿ ਤੁਸੀਂ ਇੱਕ ਬੜੇ ਅੱਛੇ ਡਰੈਸ ਡਿਜ਼ਾਈਨਰ ਇਨ ਫਿਊਚਰ ਬਣਨਾ ਹੈ ਤੇ ਤੁਸੀਂ ਸਾਰਿਆਂ ਨੇ ਕੱਪੜਿਆਂ ਦੇ ਵਿੱਚ ਜੋ ਨੁਕਸ ਪਾਏ ਜਾਂਦੇ ਹਨ ਸਾਨੂੰ ਸਾਰਿਆਂ ਨੂੰ ਉਸ ਦੇ ਬਾਰੇ ਨੌਲੇਜ ਹੋਣੀ ਜ਼ਰੂਰੀ ਹੈ। ਠੀਕ ਹੈ ਜਸਵੀਰ ਮੈਮ, मैं अकॉर्डिंग टू सिलेबस करवा रही हाँ हाले ते बच्चे हाँ जी हाँ जी बच्चों को रिपीट करना होएगा तो मैं इन फ्यूचर बच्चों को रिपीट भी कर दांगी। प्लीज म्यूट ठीक है जी, कर लो। ठीक है, थैंक यू। हाँ जी हाँ जी प्लीज म्यूट कर लो पीछे तो, थैंक यू। कहते सीते हुए कपड़ियां विच नुक्स, वस्त्रां नूं तैयार करन तो पहला अनेक क्रिया करनी पैंदियां हन, जिवें कि नाप लेना, पेपर पैटर्न बनाना, सही निरीक्षण करना ਅਤੇ ਉਸ ਨੂੰ ਇਕਮਿਕ ਕਰਨਾ ਤੇ पोशाक ਨੂੰ ਤਿਆਰ ਕਰਨਾ ਆਦि। ਕਈ ਸਭ ਤੋਂ ਪਹਿਲਾਂ ਵਸਤਰਾਂ ਦੀ ਟ੍ਰਿਮਿੰਗ ਜਾਂ ਉਹਦੀ ਫਿਟਿੰਗ ਕਰਨਾ। ਸਾਡੀ ਜਿਹੜੀ ਨਾ ਅੱਛਾ ਹੋਵੇ ਕੱਪੜਾ ਤਾਂ ਸਾਨੂੰ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰ ਸਾਨੂੰ ਕੱਪੜੇ ਤੇ। प्लीज म्यूट कर लो, पीछे तो आवाज आती है। राजविंदर कौर है कोई, उन्हां दी आवाज है। ਤਾਂ ਜਦੋਂ ਅਸੀਂ ਕੱਪੜਾ ਬਣਾਉਂਦੇ ਹਾਂ ਜਾਂ ਉਹ 'ਚ ਕਈ ਤਰ੍ਹਾਂ ਦੇ ਨੁਕਸ ਪੈ ਜਾਂਦੇ ਹਨ ਵਸਤਰਾਂ ਦੇ ਵਿੱਚ, ਸਾਨੂੰ ਪਤਾ ਹੋਣਾ ਚਾਹੀਦਾ ਕਿ ਵਸਤਰਾਂ 'ਚ ਕੱਪੜਿਆਂ 'ਚ ਨੁਕਸ ਆ ਕਿਵੇਂ ਜਾਂਦੇ ਹਨ। ਕਈ ਵਾਰ ਕੱਪੜਿਆਂ ਦੀ ਜਦੋਂ ਅਸੀਂ ਨਾਪ ਲੈਂਦੇ ਆ ਨਾ ਤਾਂ ਨਾਪ ਵਿੱਚ ਹੀ ਨੁਕਸ ਆ ਜਾਂਦੇ ਨੇ ਫਸਟ ਆਫ ਆਲ, ਕਿਉਂਕਿ ਕੱਪੜਾ ਹਮੇਸ਼ਾ ਸੁੰਗੜ ਜਾਂਦਾ ਹੈ। ਜਦੋਂ ਅਸੀਂ ਬਣਿਆ ਬਣਾਇਆ ਕੱਪੜਾ ਹੁੰਦਾ ਨਾ, ਸਭ ਤੋਂ ਪਹਿਲਾਂ ਤਾਂ ਸਾਨੂੰ ਕੱਪੜੇ ਦਾ ਟੈਕਸਚਰ ਦੇਖਣਾ ਪਏਗਾ ਕਿ ਟੈਕਸਚਰ ਕਿਹੋ ਜਿਹਾ ਹੈ। ਜਿਸ ਤਰ੍ਹਾਂ ਅਸੀਂ ਤੁਸੀਂ ਦੇਖਿਆ ਹੈ ਆਮ, ਤੁਸੀਂ ਹੁਣ ਕਾਫੀ ਮਹੀਨੇ ਇੱਥੇ ਲਗਾ ਚੁੱਕੇ ਹੋ ऑनलाइन क्लास, सारे इंस्ट्रक्टर साहबान पहला ही कहते हैं कि तुसी कपड़े नू श्रिंक कर लिया या अगर तुसी लाइनिंग लगाई है तो उसनू डिप कर लिया, तुसी डिप कर लेंदे हो ਤਾਂ ਜਾਂ ਤੁਸੀਂ ਉਹਨੂੰ ਕੰਮ ਨੂੰ ਜੋੜ ਲੈਂਦੇ ਹੋ ਤਾਂ ਉਹਦੇ ਨਾਲ ਕੱਪੜਾ ਸ਼ਰਿੰਕ ਹੋ ਜਾਂਦਾ, ਜਿੰਨਾ ਉਹਨੇ ਸੁੰਗੜਨਾ ਹੁੰਦਾ ਪੂਰੀ ਰਾਤ ਵਿੱਚ ਸੁੰਗੜ ਜਾਂਦਾ। ਆਫਟਰ ਦੈਟ ਅਸੀਂ ਪ੍ਰੈਸ ਕਰਕੇ ਉਸਨੂੰ ਲਾਈਨਿੰਗ ਲਗਾ ਲੈਂਦੇ ਹਾਂ। ਕਈ ਵਾਰ ਅਸੀਂ ਕਾਟਨ ਦੇ ਕੱਪੜੇ ਬਣਾਉਂਦੇ ਆ, ਕਾਟਨ ਦਾ ਕੱਪੜਾ ਮਹਿੰਗਾ ਆਉਂਦਾ ਹੈ ਥੋੜਾ, ਲੇਕਿਨ ਅਸੀਂ ਉਸਨੂੰ ਡਿਪ ਕਰਨਾ ਭੁੱਲ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਨਵਾਂ ਕੱਪੜਾ ਹੀ ਹੈ, ਕੀ ਗੱਲ ਆ ਥੋੜਾ ਜਿਹਾ ਮਾਰਜਨ ਰੱਖ ਲਾਂਗੇ। ਨਹੀਂ, ਮਾਰਜਨ ਨਹੀਂ ਰੱਖ ਲਾਂਗੇ, ਸਾਨੂੰ ਉਸਨੂੰ ਸ਼ਰਿੰਕ ਕਰਨਾ ਪਏਗਾ। ਪਹਿਲਾਂ ਸ਼ਰਿੰਕ ਕਰਨਾ ਬਹੁਤ ਹੀ ਜ਼ਰੂਰੀ ਹੈ। ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਕਿ ਸ਼ਰਿੰਕ ਅਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ। ਠੀਕ ਹੈ, ਤਾਂ ਅਸੀਂ ਜਦੋਂ ਕੱਪੜਾ ਸ਼ਰਿੰਕ ਕਰ ਲੈਂਦੇ ਹਾਂ, ਕਾਟਨ ਦੇ ਕੱਪੜੇ ਨੂੰ ਖਾਸ ਕਰਕੇ ਸਾਨੂੰ ਸ਼ਰਿੰਕ ਕਰਨ ਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਕੱਪੜਾ ਜਦੋਂ ਬਣ ਜਾਂਦਾ ਹੈ ਉਸ ਤੋਂ ਬਾਅਦ ਉਸਨੂੰ ਜਦੋਂ ਸ਼ਰਿੰਕ ਹੋ ਜਾਵੇ ਤਾਂ ਉਹ ਕੱਪੜਾ ਪਾਇਆ ਹੋਇਆ ਇੱਕ ਉਹ ਨੁਕਸ ਲੱਗੇਗਾ, ਦੂਸਰਾ ਉਹ ਪਾਇਆ ਹੋਇਆ ਪ੍ਰੋਪਰ ਫਿਟਿੰਗ 'ਚ ਵੀ ਨਹੀਂ ਆਏਗਾ, ਇਸ ਲਈ ਉਹ ਕੱਪੜਿਆਂ 'ਚ ਦੋਸ਼ ਆ ਜਾਂਦੇ ਨੇ। ਠੀਕ ਹੈ, ਤੇ ਇਸ ਲਈ ਤੁਸੀਂ ਦੇਖਣਾ ਹੈ ਕਿ ਕੱਪੜਾ ਕਿਸ ਤਰ੍ਹਾਂ ਦਾ ਟੈਕਸਚਰ ਹੈ। ਟੈਕਸਚਰ ਕੱਪੜੇ ਦਾ ਫਸਟ ਆਫ ਆਲ ਦੇਖਣਾ ਹੈ। ਫਿਰ ਸਾਡਾ ਅਗਲਾ ਆ ਜਾਂਦਾ ਹੈ ਕੱਪੜੇ ਦੇ ਵਿੱਚ ਅਸੀਂ ਕੀ ਕਰਦੇ ਹਾਂ। ਕੱਪੜੇ ਦੇ ਵਿੱਚ ਅਸੀਂ ਕੀ ਕਰਦੇ ਹਾਂ, ਟੈਕਸਚਰ ਆ ਜਾਂਦਾ ਹੈ। ਟੈਕਸਚਰ ਤੋਂ ਬਾਅਦ ਅਸੀਂ ਮੈਂ ਕੁਛ ਨਹੀਂ ਕੀਤਾ, ਠੀਕ ਹੈ ਨਾ, ਐਵੇਂ ਬਸ ਮਨਜੀਤ ਕੌਰ ਇਵੇਂ ਚੱਲਦਾ ਹੈ। ਮਿਊਟ ਕਰ ਲਓ, ਮਨਜੀਤ ਕੌਰ ਮਿਊਟ ਲਾ ਮਿਊਟ ਕਰ ਦਿਓ ਪਲੀਜ਼, ਥੈਂਕ ਯੂ। ਤੇ ਤੁਸੀਂ ਅਗਰ ਜਿਸ ਤਰ੍ਹਾਂ ਕੱਪੜੇ ਦਾ ਟੈਕਸਚਰ ਲੈ ਲਿਆ ਤਾਂ ਉਹਦੇ ਵਿੱਚ ਕੀ ਕੰਮ ਕਰਦੇ ਹੋ, ਤੇ ਟੈਕਸਚਰ ਚੈੱਕ ਕਰਨ ਤੋਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਕੱਪੜੇ ਦੇ ਵਿੱਚ ਹੁਣ ਸਾਡੇ ਦੋਸ਼ ਨਹੀਂ ਆਏਗਾ। ਠੀਕ ਹੈ, ਇਹ ਨਾਲ ਨਾਲ ਉਸਦੇ ਰੈਮਡੀਜ਼ ਹੈ। ਫਿਰ ਅਸੀਂ ਕਹਿੰਦੇ ਸਰੀਰ ਦਾ ਨਾਪ ਸਹੀ ਹੋਣਾ ਚਾਹੀਦਾ ਹੈ। ਕਈ ਵਾਰ ਬੱਚੇ ਕੀ ਕਰਦੇ ਆ, ਨਾਪ ਕਰਨ ਵੇਲੇ ਅਸੀਂ ਹਮੇਸ਼ਾ ਕਹਿੰਦੇ ਹਾਂ ਜਦੋਂ ਨਾਪ ਲੈਣ ਦੀ ਇੱਕ ਵਿਧੀ ਹੈ ਉਹਦੇ ਵਿੱਚ 3 ਉਂਗਲਾਂ ਅਸੀਂ ਵਿੱਚ ਰੱਖਦੇ ਹਾਂ ਤਾਂ ਕਿ ਨਾਪ ਸਹੀ ਆ ਜਾਵੇ, ਲੇਕਿਨ ਉਹ ਬੱਚੇ ਨਹੀਂ ਰੱਖਦੇ। ਕਈ ਵਾਰ ਉਸ ਨਾਪ ਲੈਣ 'ਚ ਅਣਗਹਿਲੀ ਕਰ ਦਿੰਦੇ ਨੇ, ਡੈਪਥ ਆਫ ਸਾਈ ਦਾ ਨਾਪ ਨਹੀਂ ਲੈਂਦੇ ਜਦੋਂ ਕਿ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਛਾਤੀ ਦਾ ਨਾਪ ਬਹੁਤ ਜ਼ਰੂਰੀ ਹੈ, ਉਸ ਤਰ੍ਹਾਂ ਡੈਪਥ ਆਫ ਸਾਈ ਦਾ ਨਾਪ ਬਹੁਤ ਜ਼ਰੂਰੀ ਹੈ। ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਹਾਂ ਕਿ ਸਾਡੇ ਥੰਬ ਰੂਲ ਹੈ, ਜੋ ਥੰਬ ਰੂਲ ਅਸੀਂ ਫੋਲੋ ਕਰਦੇ ਹਾਂ ਤੇ ਅਸੀਂ ਉਹ ਥੰਬ ਰੂਲਸ ਨੂੰ ਅਗਰ ਫੋਲੋ ਨਹੀਂ ਕਰਾਂਗੇ ਤਾਂ ਸਾਡੇ ਸੀਤੇ ਹੋਏ ਕੱਪੜਿਆਂ 'ਚ ਨੁਕਸ ਆ ਜਾਣਗੇ। ਸਰੀਰ ਦਾ ਨਿਰੀਖਣ ਸਹੀ ਨਹੀਂ ਹੋਵੇਗਾ
ਜਿਸ ਨਾਲ ਦੋਸ਼ ਆ ਜਾਣਗੇ। ਨਾਪ ਅਜਿਹਾ ਹੋਣਾ ਚਾਹੀਦਾ ਹੈ ਕਿ ਮਨੁੱਖੀ ਸਰੀਰ 'ਚ ਭਿੰਨਤਾਵਾਂ ਹੁੰਦੀਆਂ ਹਨ। ਨਾਪ ਲੈਂਦੇ ਸਮੇਂ ਹਮੇਸ਼ਾ ਮਹਿਕ ਦਾ ਅੰਤਰ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਅਕੜਿਆ ਹੋਇਆ ਸਰੀਰ ਨਾ ਹੋਏ, ਵਧੇ ਹੋਏ ਪੇਟ ਦੇ ਲਈ ਸਧਾਰਨ ਕਟਿੰਗ ਕਰਾਂਗੇ ਤਾਂ ਉਸ ਵਿੱਚ ਦੋਸ਼ ਜ਼ਰੂਰ ਆ ਜਾਣਗੇ। ਜਦੋਂ ਮੈਂ ਹਿਊਮਨਸ ਫਿਗਰਸ ਕਰਵਾਈਆਂ ਸੀ ਸਾਰੇ ਬੱਚਿਆਂ ਨੂੰ ਯਾਦ ਹੋਏਗਾ, ਪਲੀਜ਼ ਮਿਊਟ ਕਰ ਦਿਓ ਪਿੱਛੇ ਤੋਂ ਪਰਮਜੀਤ ਕੌਰ ਜੀ। ਤਾਂ ਤੁਸੀਂ ਅਗਰ ਨਹੀਂ ਕਰੋਗੇ ਉਹਨਾਂ ਨੂੰ ਫਿਗਰਸ ਨੂੰ ਧਿਆਨ 'ਚ ਨਹੀਂ ਰੱਖੋਗੇ ਤਦ ਵੀ ਤੁਹਾਡੇ ਨੁਕਸ ਆ ਜਾਣਗੇ, ਕਿਉਂਕਿ ਜੇ ਵਧਿਆ ਹੋਇਆ ਪੇਟ ਹੋਏਗਾ ਤੁਹਾਨੂੰ ਉਸ ਲਈ ਉਨਾ ਹੀ ਨਾਪ ਲੈਣਾ, ਕੱਪੜਾ ਅਲੱਗ ਲੈਣਾ ਪਏਗਾ, ਉਹਦੇ ਵਿੱਚ ਐਡ ਆਨ ਕਰਨਾ ਪਏਗਾ। ਅਗਰ ਤੁਸੀਂ ਨਹੀਂ ਐਡ ਆਨ ਕਰੋਗੇ ਤਾਂ ਤੁਹਾਡਾ ਕੱਪੜਾ ਅੱਛਾ ਨਹੀਂ ਫਿਟ ਆਏਗਾ। ਅਗਰ ਪਿੱਛੇ ਕੁੱਬ ਪਿਆ ਹੋਇਆ ਤੁਹਾਨੂੰ ਉਹਦੇ ਲਈ ਕੱਪੜਾ ਪਿਛਲੀ ਸਾਈਡ ਦੇ ਉੱਤੇ ਉਨਾ ਹੀ ਦੇਣਾ ਪਏਗਾ, ਕਿਉਂਕਿ ਤੁਹਾਨੂੰ ਕੁੱਬ ਦਾ ਵੀ ਧਿਆਨ ਰੱਖਣਾ ਪਏਗਾ ਕਿ ਕੁੱਬੜਾ ਵਿਅਕਤੀ ਹੈ, ਇਹ ਮੋਟਾ ਵਿਅਕਤੀ ਹੈ, ਇਹ ਚੱਪਟੇ ਕੰਧਿਆਂ ਵਾਲਾ ਵਿਅਕਤੀ ਹੈ। ਅਗਰ ਤੁਸੀਂ ਫਿਗਰਸ ਦਾ ਧਿਆਨ ਨਹੀਂ ਦੋਗੇ, ਮੈਂ ਬੱਚਿਆਂ ਨੂੰ ਬਾਰ-ਬਾਰ ਕਹਿੰਦੀ ਹਾਂ, ਤਦ ਵੀ ਉਹ ਨੁਕਸ ਪੈ ਜਾਂਦੇ ਹਨ। ਕਹਿੰਦੇ ਪੇਪਰ ਪੈਟਰਨ ਗਲਤ ਬਣਾਉਣ ਤੇ ਵੀ ਵਸਤਰਾਂ ਵਿੱਚ ਦੋਸ਼ ਆ ਜਾਂਦੇ। ਕੁਝ ਸਪੈਲਿੰਗ ਮਿਸਟੇਕਸ ਹੈ, ਪਲੀਜ਼ ਉਸ ਨੂੰ ਫੋਰਗੋ ਕੀਤਾ ਜਾਵੇ। ਤਾਂ ਇਹਦੇ ਵਸਤਰਾਂ 'ਚ ਦੋਸ਼ ਆਏ। ਪੈਟਰਨ ਬਣਾਉਣ ਸਮੇਂ ਡਾਰਟਸ, ਪਲੀਟਸ, ਚੈਸਟ ਲਾਈਨ, ਵੈਸਟ ਲਾਈਨ, ਹਿਪ ਲਾਈਨ ਆਦਿ ਨੂੰ ਧਿਆਨ 'ਚ ਰੱਖ ਕੇ ਪੈਟਰਨ ਕੱਟਣਾ ਚਾਹੀਦਾ ਹੈ। ਜਦੋਂ ਵੀ ਅਸੀਂ ਪੈਟਰਨ ਕੱਟਦੇ ਹਾਂ ਤਾਂ ਸਾਨੂੰ ਸਾਰੀ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਠੀਕ ਹੈ। ਕਹਿੰਦੇ ਗਲਤ ਲੇਆਊਟ ਨਾਲ ਵਸਤਰਾਂ 'ਚ ਦੋਸ਼ ਆ ਜਾਂਦੇ ਹਨ। ਜਦੋਂ ਅਸੀਂ ਤੁਹਾਨੂੰ ਸਾਰੇ ਟੀਚਰਸ ਇਹ ਬਹੁਤ ਅੱਛੀ ਤਰ੍ਹਾਂ ਸਿਖਾਉਂਦੇ ਨੇ, ਇਸ ਚੀਜ਼ ਦੀ ਮੇਰੀ ਗਰੰਟੀ ਹੈ ਕਿ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਿਖਾਇਆ ਜਾਂਦਾ ਹੈ ਕਿ ਲੇਆਊਟ ਕਿਵੇਂ ਕਰਨਾ ਹੈ। ਜਦੋਂ ਤੁਸੀਂ ਇੱਕ ਠੀਕ ਨਾਪ ਦੇ ਆਧਾਰ ਤੇ ਖਾਕਾ ਤਿਆਰ ਕਰਕੇ ਡਰਾਫਟ ਤਿਆਰ ਕਰਦੇ ਹੋ, ਫਿਰ ਉਸਦੇ ਤੇ ਪੈਟਰਨ ਬਣ ਜਾਂਦਾ ਹੈ। ਪੈਟਰਨ ਨੂੰ ਜਦੋਂ ਕੱਪੜੇ ਦੇ ਉੱਤੇ ਸਿਲਾਈ ਹੱਥ ਦਿੰਦੇ ਹੋ ਤਾਂ ਉਹ ਇੱਕ ਲੇਆਊਟ ਬਣ ਜਾਂਦਾ ਹੈ। ਠੀਕ ਹੈ। ਲੇਆਊਟ ਜਦੋਂ ਤੁਸੀਂ ਤਿਆਰ ਕਰਦੇ ਹੋ ਤਾਂ ਉਹਦੇ ਵਿੱਚ ਮਾਰਜਨ, ਟਰਨਿੰਗ ਆਦਿ ਸਾਰਿਆਂ ਨੂੰ ਧਿਆਨ 'ਚ ਰੱਖਦੇ ਆ। ਲੇਕਿਨ ਕਈ ਵਾਰ ਬੱਚੇ ਜ਼ਰੂਰਤ ਤੋਂ ਜ਼ਿਆਦਾ ਮਾਰਜਨ ਦੇ ਦਿੰਦੇ, ਜਿਸ ਤਰ੍ਹਾਂ ਸਾਨੂੰ ਮੋਢਿਆਂ ਦੇ ਵਿੱਚ ਮਾਰਜਨ ਲਈ ਸਿਰਫ ਅੱਧਾ ਇੰਚ ਦੀ ਹੀ ਲੋੜ ਪੈਂਦੀ ਹੈ। ਕਮਰ ਦੇ ਉੱਤੇ ਅਸੀਂ ਮਾਰਜਨ ਰੱਖਣ ਦੇ ਲਈ ਅਸੀਂ 1 ਇੰਚ, 2 ਇੰਚ, 3 ਇੰਚ ਤੱਕ ਦਾ ਮਾਰਜਨ ਰੱਖ ਲੈਂਦੇ ਹਾਂ। ਪੈਂਟਾਂ ਦੇ ਵਿੱਚ ਵੀ ਕਮਰ 'ਚ ਮਾਰਜਨ ਰੱਖਦੇ ਆ। ਅਗਰ ਤੁਸੀਂ ਪੈਂਟ ਦੇਖੋ ਸਿਲਾਈ ਕੀਤੀ ਹੋਈ ਸਿਰਫ ਜੀਨ ਛੱਡ ਕੇ, ਤਾਂ ਉਹਨਾਂ ਦੇ ਵਿੱਚ ਪਿੱਛੇ ਕਮਰ ਦੇ ਬਿਲਕੁਲ ਬੈਕ ਦੇ ਉੱਤੇ ਮਾਰਜਨ ਰੱਖਿਆ ਹੋਇਆ ਹੁੰਦਾ ਹੈ, ਤਾਂ ਕਿ ਲੋੜ ਪੈਣ ਤੇ ਉਸਨੂੰ ਖੁੱਲਾ ਜਾਂ ਟਾਈਟ ਕੀਤਾ ਜਾ ਸਕੇ। ਜੀਨ ਦੇ ਵਿੱਚ ਇਹ ਆਪਸ਼ਨ ਨਹੀਂ ਹੈਗੀ। ਜਿਹੜੀ ਰੈਡੀਮੇਡ ਜੀਨਸ ਹੈ ਉਹਨਾਂ 'ਚ ਇਹ ਆਪਸ਼ਨ ਨਹੀਂ ਹੁੰਦੀ। ਰੈਡੀਮੇਡ ਪੈਂਟਾਂ 'ਚ ਵੀ ਇਹ ਆਪਸ਼ਨ ਨਹੀਂ ਹੁੰਦੇ। ਠੀਕ ਹੈ। ਲੇਕਿਨ ਜੋ ਤੁਸੀਂ ਬਣਾਉਂਦੇ ਹੋ ਉਹਦੇ ਵਿੱਚ ਇਹ ਆਪਸ਼ਨ ਹੁੰਦੀ ਹੈ। ਲੇਡੀਜ਼ ਸੂਟਾਂ ਦੇ ਵਿੱਚ ਇਹ ਆਪਸ਼ਨ ਹੁੰਦੀ ਹੈ। ਤੁਸੀਂ ਲੇਡੀਜ਼ ਸੂਟਸ ਨੂੰ ਲੰਬਾ ਕਰਨਾ ਹੋਵੇ, ਛੋਟਾ ਕਰਨਾ ਹੋਵੇ ਤਾਂ ਉਹਨਾਂ ਦੇ ਵਿੱਚ ਟਰਨਿੰਗ ਰੱਖੀ ਜਾਂਦੀ ਹੈ ਇਨ ਫਿਊਚਰ ਦੇਖਦੇ ਹੋਏ। ਠੀਕ ਹੈ। ਨਵੀਆਂ ਲੜਕੀਆਂ ਦੇ ਜਦੋਂ ਨਵੀਂ ਸ਼ਾਦੀ ਵਾਲੀ ਲੜਕੀਆਂ ਦੇ ਅਸੀਂ ਕੱਪੜੇ ਬਣਾਉਂਦੇ ਆ ਤਦ ਵੀ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਉਹਨਾਂ 'ਚ ਮਾਰਜਨ ਰੱਖੀ, ਕਿਉਂਕਿ ਸੂਟ ਬਹੁਤ ਮਹਿੰਗੇ ਹੁੰਦੇ ਹਨ ਨਵੀਂ ਦੁਲਹਨ ਦੇ, ਤਾਂ ਅਸੀਂ ਉਹਨਾਂ ਦੇ ਵਿੱਚ 2-2, 3-3 ਇੰਚ ਦਾ ਮਾਰਜਨ ਰੱਖਦੇ ਹਾਂ, ਤਾਂ ਕਿ ਇਨ ਫਿਊਚਰ ਜਦੋਂ ਉਹ ਥੋੜਾ ਗਰੋ ਅਪ ਹੋਵੇ ਜਾਂ ਪ੍ਰੈਗਨੈਂਟ ਸੀ ਟਾਈਮ ਉਹ ਖੋਲ ਲਿਆ ਜਾ ਸਕੇ, ਉਹਦੇ ਵਿੱਚ ਆਪਸ਼ਨ ਹੋਣੀ ਚਾਹੀਦੀ ਹੈ। ਇਸ ਲਈ ਵੀ ਇਹ ਦੋਸ਼ ਆ ਜਾਂਦੇ ਹਨ। ਲੇਕਿਨ ਜ਼ਰੂਰਤ ਤੋਂ ਜ਼ਿਆਦਾ ਜੇ ਤੁਸੀਂ ਮੋਢਿਆਂ ਦੇ ਵਿੱਚ ਹੀ ਅੱਧੇ ਇੰਚ ਦੀ ਜ਼ਰੂਰਤ ਹੈ, ਤੁਸੀਂ 1 ਇੰਚ ਦਾ ਮਾਰਜਨ ਰੱਖ ਲਿਆ ਤਾਂ ਉੱਥੇ ਹੀ ਦੋਸ਼ ਆ ਜਾਏਗਾ। ਠੀਕ ਹੈ। ਬਾਜੂ ਦੇ ਵਿੱਚ ਵੀ ਤੁਹਾਨੂੰ ਅਗਰ ਜ਼ਰੂਰਤ ਨਹੀਂ ਹੈ ਤਾਂ ਬਾਜੂ ਖਿੱਚੀ ਜਾਏਗੀ। ਇਹ ਜਿਹੀ ਚੀਜ਼ਾਂ ਨੂੰ ਜਦੋਂ ਤੁਸੀਂ ਜਿੱਥੇ ਲੋੜ ਹੈ ਉੱਥੇ ਓਨਾ ਹੀ ਟਰਨਿੰਗ ਜਾਂ ਮਾਰਜਨ ਰੱਖਣਾ ਪਏਗਾ, ਸਿਲਾਈ ਹੱਥ ਰੱਖਣਾ ਪਏਗਾ, ਸੀਮ ਅਲਾਉਂਸਿੰਗ ਜਿਨ੍ਹਾਂ ਨੂੰ ਕਹਿੰਦੇ ਹਨ, ਤਾਂ ਇਹ ਦੋਸ਼ ਤਦ ਵੀ ਆ ਜਾਂਦੇ ਹਨ। ਕਹਿੰਦੇ ਵੀ ਭਿੰਨ-ਭਿੰਨ ਪ੍ਰਕਾਰ ਦੀਆਂ ਸਿਲਾਈਆਂ ਨੂੰ ਅਲੱਗ-ਅਲੱਗ ਵਿਧੀਆਂ ਹੁੰਦੀਆਂ ਹਨ। ਵਸਤਰਾਂ ਦੀਆਂ ਸਿਲਾਈਆਂ ਕੱਪੜਿਆਂ ਨੂੰ ਦੇਖ ਕੇ ਲਗਾਉਣੀਆਂ ਚਾਹੀਦੀਆਂ ਹਨ, ਸਹੀ ਨਿਸ਼ਾਨਾਂ ਤੇ ਹੀ ਲਗਾਉਣੀਆਂ ਚਾਹੀਦੀਆਂ। ਜਦੋਂ ਅਸੀਂ ਕੱਪੜੇ ਤੇ ਲਗਾਉਂਦੇ ਹਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿੰਨਾ ਮਾਰਜਨ ਦਿੱਤਾ ਹੈ। ਕਈ ਵਾਰ ਬੱਚੇ ਮਾਰਜਨ ਜ਼ਿਆਦਾ ਦੇ ਦਿੰਦੇ ਹਨ ਲੇਕਿਨ ਘੱਟ ਸਿਲਾਈ ਲਗਾਉਂਦੇ ਹਨ। ਸਿਲਾਈ ਲਗਾਉਣ ਲੱਗੇ ਉਸਨੂੰ ਘਟਾ ਦਿੰਦੇ ਹਨ ਜਾਂ ਵਧਾ ਦਿੰਦੇ ਹਨ, ਤਦ ਵੀ ਉਹ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਖੁੱਲਾ ਹੋ ਜਾਂਦਾ ਹੈ ਤੇ ਕੱਪੜਾ ਪਾਇਆ ਹੋਇਆ ਸਹੀ ਨਹੀਂ ਲੱਗਦਾ। ਕਹਿੰਦੇ ਪਾਰਦਰਸ਼ੀ ਵਸਤਰਾਂ ਵਿੱਚ ਲਾਈਨਿੰਗ ਸਹੀ ਨਾ ਲੱਗਣ ਕਰਕੇ ਵਸਤਰਾਂ ਦੀ ਫਿਟਿੰਗ ਵੀ ਵਿਗੜ ਜਾਂਦੀ ਹੈ। ਲਾਈਨਿੰਗ ਸ਼ਰਿੰਕ ਨਾ ਕੀਤੀ ਹੋਵੇ ਤਾਂ ਗਾਊਨਸ ਲਾਈਨ ਦੀ ਕੋਟ ਤੇ ਵਸਤਰਾਂ ਨੂੰ ਕੱਟਣਾ ਚਾਹੀਦਾ ਹੈ। ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਦੋਂ ਵੀ ਅਸੀਂ ਕਿਸੇ ਕੱਪੜੇ ਤੇ ਲਾਈਨਿੰਗ ਲਗਾਉਂਦੇ ਹਾਂ ਉਸਨੂੰ ਜ਼ਰੂਰ ਸ਼ਰਿੰਕ ਕਰ ਲੈਣਾ ਚਾਹੀਦਾ ਹੈ। ਅਗਰ ਅਸੀਂ ਸ਼ਰਿੰਕ ਨਹੀਂ ਕਰਦੇ ਵਸਤਰ ਤਾਂ ਉਹ ਨੁਕਸ ਆ ਜਾਂਦਾ ਹੈ। ਤੁਸੀਂ ਦੇਖਿਆ ਹੋਣਾ ਕਈ ਵਧੀਆ ਕੱਪੜਿਆਂ ਦੇ ਉੱਤੇ ਜਦੋਂ ਪ੍ਰੈਸ ਕਰਦੇ ਹਨ ਨਾ ਸਿਲਵਟਾਂ ਪੈਂਦੀਆਂ ਹਨ, ਪ੍ਰੈਸ ਪ੍ਰੋਪਰ ਨਹੀਂ ਆਉਂਦੀ, ਉਹ ਸਿਲਵਟਾਂ ਉਹ ਇੱਕ ਨੁਕਸ ਹੈ ਕੱਪੜੇ ਦੇ ਵਿੱਚ। ਸਾਨੂੰ ਪਤਾ ਹੈ ਕਿਉਂਕਿ ਸਾਡਾ ਇਹ ਕੰਮ ਹੈ। ਜਦੋਂ ਅਸੀਂ ਇਹ ਨੁਕਸ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੱਪੜਿਆਂ 'ਚ ਕਿੰਨੇ ਤਰ੍ਹਾਂ ਦੇ ਨੁਕਸ ਆ ਗਏ ਹਨ।
ਕਹਿੰਦੇ ਕੱਪੜੇ ਦੀ ਸਿਲਾਈ ਵੇਲੇ ਲਾਪਰਵਾਹੀ ਕਾਰਨ ਦੋ ਤਰ੍ਹਾਂ ਦੇ ਦੋਸ਼ ਹੁੰਦੇ ਨੇ। ਵਸਤਰਾਂ ਦੀ ਫਿਟਿੰਗ ਠੀਕ ਨਹੀਂ ਆਉਂਦੀ, ਦੂਸਰਾ ਸਿਲਾਈ ਦੀ ਗਲਤੀ ਕਰਨ ਵਸਤਰ ਠੀਕ ਸ਼ਕਲ ਦਾ ਆਕਾਰ ਨਾ ਬਣਨ, ਅਤੇ ਇਸ ਤਰ੍ਹਾਂ ਹੋਰ ਵੀ ਕਈ ਨੁਕਸ ਕੱਪੜਿਆਂ ਦੀ ਫਿਟਿੰਗ ਤੇ ਹੋ ਜਾਂਦੇ ਹਨ। ਤੇ ਠੀਕ ਹੈ, ਕੱਪੜਾ ਸੀਤਾ ਹੋਇਆ ਚੰਗਾ ਨਹੀਂ ਲੱਗਦਾ ਤੇ ਸੋਹਣਾ ਨਹੀਂ ਲੱਗਦਾ, ਪਰ ਪਾਉਣ ਵਾਲੇ ਨੂੰ ਫਿਟਿੰਗ ਨਹੀਂ ਆਉਂਦੀ। ਦੇਖਣ ਚ ਤਾਂ ਸੋਹਣਾ ਲੱਗੇਗਾ ਕਿ ਕੱਪੜਾ ਠੀਕ ਬਣਿਆ ਹੈ, ਲੇਕਿਨ ਜੋ ਜਿਸ ਇਨਸਾਨ ਦਾ ਕੱਪੜਾ ਪਾਇਆ ਗਿਆ ਹੈ, अपनी क्लास विच किसी ने एंटर किया है, कोई मिस्टर हरगोबिंद सिंह जी हैं। सर नमस्कार जी। हेलो हेलो। हेलो, हाँ जी सर। हाँ जी, नमस्कार जी। नमस्कार सर। ਤੇ ਸਿਲਾਈ ਦੇ ਕਾਰਨ ਕਹਿੰਦਾ ਗਲਤੀਆਂ ਕਾਰਨ ਵਸਤਰਾਂ ਦੀ ਸ਼ਕਲ ਠੀਕ ਜਾਂ ਸਹੀ ਆਕਾਰ ਨਹੀਂ ਹੁੰਦਾ ਹੈ, ਤੇ ਉਸ ਤਰ੍ਹਾਂ ਫਿਟਿੰਗ ਠੀਕ ਨਹੀਂ ਆਉਂਦੀ। ਕਹਿੰਦੇ ਸੀਤਾ ਹੋਇਆ ਕੱਪੜਾ ਚੰਗਾ ਤੇ ਸੋਹਣਾ ਲੱਗਦਾ ਹੈ, ਪਰ ਸਿਉਣ ਵੇਲੇ ਫਿਟ ਨਹੀਂ ਆਉਂਦਾ। ਪਲੀਜ਼ ਮਿਊਟ ਕਰ ਲਓ। ਹਰਗੋਬਿੰਦ ਮਿਊਟ ਕਰ ਲਓ ਬੇਟੇ। ਤਾਂ ਪਤਾ ਨਹੀਂ ਲੱਗਦਾ। ਦੂਜੀ ਤਰ੍ਹਾਂ ਨੁਕਸ ਤਾਂ ਕੱਪੜੇ ਵਿੱਚ ਦੇਖਣ ਤੋਂ ਹੀ ਪਤਾ ਚੱਲ ਜਾਂਦੇ। ਜਦੋਂ ਅਸੀਂ ਕੱਪੜਾ ਦੇਖਦੇ ਹਾਂ ਤਾਂ ਇੱਕਦਮ ਸਾਡੇ ਦਿਮਾਗ ਸਟ੍ਰਾਈਕ ਕਰਦਾ ਕਿ ਇਹ ਨੁਕਸ ਪੈ ਗਿਆ ਹੈਗਾ। ਕਹਿੰਦਾ ਫਿਟਿੰਗ ਠੀਕ ਨਾ ਹੋਣ ਕਾਰਨ, ਵੱਖ-ਵੱਖ ਸਰੀਰਾਂ ਦੀ ਜਾਣਕਾਰੀ ਨਾ ਹੋਣਾ। ਜਦੋਂ ਜਿਹੜੀ ਮੈਂ ਹਿਊਮਨ ਫਿਗਰ ਸਭ ਤੋਂ ਪਹਿਲਾਂ ਕਰਵਾਈਆਂ ਸੀ ਤੁਹਾਨੂੰ, ਜਿਹੜੇ ਬੱਚੇ ਨਵੇਂ ਹੈ, ਮੈਂ ਅਗਰ ਉਹ ਚਾਹਣਗੇ ਮੇਰੇ ਤੋਂ ਉਹ ਰਿਪੀਟ ਕਰਵਾ ਲੈਣਗੇ। ਠੀਕ ਹੈ, ਮੈਂ ਉਹਨਾਂ ਲਈ ਉਹ ਲੈਕਚਰ ਦੇਣ ਨੂੰ ਦੁਬਾਰਾ ਵੀ ਸੱਚ ਹਾਂ। ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਜਦੋਂ ਫਿਗਰਸ ਦੀ ਨਹੀਂ ਹੁੰਦੀ ਤਦ ਵੀ ਨੁਕਸ ਪੈ ਜਾਂਦੇ ਨੇ, ਕਿਉਂਕਿ ਆਪਣੇ ਕਈ ਤਰ੍ਹਾਂ ਦੀ ਹਿਊਮਨ ਫਿਗਰ ਹੈ। ਮੋਟਾ ਵਿਅਕਤੀ, ਕੁਬੜਾ ਵਿਅਕਤੀ, ਪਿਜਨ ਚੈਸਟ, ਝੁਕੀ ਹੋਈ ਛਾਤੀ, ਕਮਾਨੀਦਾਰ ਲੱਤਾਂ, ਭਿੜੇ ਹੋਏ ਗੋਡੇ, ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਅਸੀਂ ਫਿਗਰਸ ਹੁੰਦੀਆਂ ਨੇ ਤੇ ਉਸੇ ਤਰ੍ਹਾਂ ਦੀ ਫਿਗਰ ਦੇ ਹਿਸਾਬ ਨਾਲ ਅਸੀਂ ਕੱਪੜਾ ਤਿਆਰ ਕਰਦੇ ਹਾਂ। ਤੇ ਕਹਿੰਦੇ ਸਭ ਤੋਂ ਵੱਡਾ ਨੁਕਸ ਹੈ ਕਿ ਜਦੋਂ ਸਿੱਖ ਰਹੇ ਵਿਦਿਆਰਥੀਆਂ ਨੂੰ ਵੱਖ-ਵੱਖ ਸਰੀਰਾਂ ਦੀ ਜਾਣਕਾਰੀ ਨਹੀਂ ਹੁੰਦੀ, ਇਸ ਲਈ ਉਹ ਫੈਸ਼ਨ ਅਨੁਸਾਰ ਬੇਪ੍ਰਮਾਣ ਵਿਅਕਤੀਆਂ ਲਈ ਲੋੜੀਂਦੀ ਤਬਦੀਲੀ ਨਹੀਂ ਕਰ ਸਕਦੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਹੁਤ ਹੀ ਮੋਟੇ ਅਤੇ ਪਤਲੇ ਵਿਅਕਤੀ, ਮੋਟੇ ਪੇਟ ਵਾਲਾ, ਇਸ ਤਰ੍ਹਾਂ ਹੋਰ ਤਰ੍ਹਾਂ ਦੇ ਮਨੁੱਖ ਸਧਾਰਨ ਵਿਅਕਤੀਆਂ ਨਾਲੋਂ ਕੀ ਅੰਤਰ ਹੈ। ਕਿਉਂਕਿ ਉਹ ਸਿੰਪਲ ਫਿਗਰਸ ਦਾ ਹੁੰਦਾ ਹੈ, ਸਟੈਂਡਰਡ ਨਾਪ ਦਾ ਹੁੰਦਾ ਹੈ, ਉਹਦੀ ਨਾਪ ਤਾਂ ਸਹੀ ਆ ਜਾਂਦੇ, ਲੇਕਿਨ ਜੋ ਅਬਨੋਰਮਲ ਫਿਗਰਸ ਹੁੰਦੀਆਂ ਨੇ ਉਹਨਾਂ ਦੇ ਨਾਪ ਦੇ ਲਈ ਜਾਂ ਉਹਨਾਂ ਦਾ ਕੱਪੜਾ ਕੱਟਣ ਲਈ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਨਾਪ ਹੀ ਲੈਂਦੇ ਹਾਂ, ਉਹਨਾਂ ਦੇ ਨਾਪ ਲੈਣ ਵੇਲੇ ਹੀ ਸਾਨੂੰ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਸਦੀ ਫਿਗਰ ਕਿਸ ਤਰ੍ਹਾਂ ਦੀ ਹੈ। ਤਾਂ ਉਹਦੀ ਫਿਗਰ ਦੇ ਹਿਸਾਬ ਦੇ ਨਾਲ ਹੀ ਕੱਪੜਾ ਕਰਨਾ। ਕਈ ਵਾਰ ਤੁਸੀਂ ਦੇਖੋ ਕਿ ਤੁਸੀਂ ਬॉयਜ਼ ਦਾ ਕੁੜਤਾ ਬਣਾਉਂਦੇ ਹੋ, ਬॉयਜ਼ ਜ਼ਰੂਰਤ ਤੋਂ ਜ਼ਿਆਦਾ ਹੀ ਪਤਲਾ ਹੁੰਦਾ ਹੈ, ਲੇਕਿਨ ਉਹਦੀ ਕੱਪੜਾ ਬਣਾਉਣ ਲੱਗੇ ਉਸੇ ਤਰ੍ਹਾਂ ਦਾ ਹੀ ਧਿਆਨ ਰੱਖਣਾ ਪੈਂਦਾ ਕਿ ਜ਼ਰੂਰਤ ਤੋਂ ਜ਼ਿਆਦਾ ਤਾਂ ਨਹੀਂ ਪਤਲਾ ਹੈਗਾ, ਲੇਕਿਨ ਉਹਦਾ ਜੋ ਤੀਰਾ ਹੋਏਗਾ ਜਾਂ ਉਹਦੀ ਚੈਸਟ ਹੋਏਗੀ ਉਨੀ ਹੈਵੀ ਨਹੀਂ। ਤੀਰਾ ਤਾਂ ਉਹਦਾ ਸਟੈਂਡਰਡ ਸਾਈਜ਼ 19 ਇੰਚ ਹੀ ਹੋਏਗਾ, ਲੇਕਿਨ ਉਹਦੀ ਛਾਤੀ ਪਤਲੀ ਹੋ ਜਾਏਗੀ, ਵੀ ਸ਼ੇਪ ਚ ਆ ਜਾਏਗੀ ਉਹਦੀ ਬੋਡੀ। ਲੇਕਿਨ ਇਸੇ ਤਰ੍ਹਾਂ ਵੀ ਸ਼ੇਪ ਨੂੰ ਅੱਛੀ ਬੋਡੀ ਮੰਨਿਆ ਜਾਂਦਾ ਹੈ, ਲੇਕਿਨ ਉਹ ਕੱਪੜੇ ਜਦੋਂ ਪਾਉਂਦਾ ਹੈ ਉਹਨੂੰ ਸੂਟ ਨਹੀਂ ਕਰਦਾ ਹੈ ਉਸ ਟਾਈਮ। ਠੀਕ ਹੈ, ਉਹਦਾ ਕੁੜਤਾ ਬਣਾਉਣ ਨੂੰ, ਉਹਦੀ ਸ਼ਰਟ ਬਣਾਉਣ ਲੱਗੇ ਉਹ ਸੋਹਣੀ ਚੀਜ਼ਾਂ ਦੇਖਣੀਆਂ ਪੈਂਦੀਆਂ ਕਿ ਕਿਹੋ ਜਿਹੀ ਫਿਗਰ ਹੈ। ਇਸ ਲਈ ਇਸੇ ਤਰ੍ਹਾਂ ਹੀ ਤੁਸੀਂ ਤੇ ਤੁਸੀਂ ਸਧਾਰਨ ਵਿਅਕਤੀ ਜਦੋਂ ਨਾਪ ਲੈਣ ਦੇ ਬਾਵਜੂਦ ਵੀ ਜਦੋਂ ਤੁਹਾਨੂੰ ਹੌਲੀ-ਹੌਲੀ ਅਭਿਆਸ ਹੋ ਜਾਂਦਾ ਹੈ ਤਾਂ ਵਿਅਕਤੀ ਆਪਣੇ ਸਟੈਂਡਰਡ ਨਾਪਦੇ ਨਹੀਂ, ਸਗੋਂ ਵੱਖ-ਵੱਖ ਸਰੀਰਾਂ ਦਾ ਅਭਿਆਸ ਹੋਣਾ ਜ਼ਰੂਰੀ ਹੈ। ਕਿਉਂਕਿ ਵਿਅਕਤੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਟੈਂਡਰਡ ਜੋ ਸਰੀਰ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਬੱਚਿਆਂ ਦੇ ਕੱਪੜੇ ਸੀ ਸਕਦੇ ਹਾਂ, ਅਸੀਂ ਹੋਰ ਤਰ੍ਹਾਂ ਦੇ ਵੀ ਨਾਪ ਲੈ ਜਾ ਸਕਦੇ ਹਾਂ। ਠੀਕ ਹੈ, ਕਹਿੰਦੇ ਡਰਾਫਟਿੰਗ ਸਮੇਂ ਗਲਤ ਹਿਸਾਬ ਦੇਣਾ। ਕਈ ਵਾਰ ਕਹਿੰਦੇ ਨਾਪ ਲੈਣਾ ਤਾਂ ਠੀਕ ਲਿਆ ਜਾਂਦਾ ਹੈ, ਪਰ ਡਰਾਫਟਿੰਗ ਕਰਨ ਵਾਲੇ ਹਿਸਾਬ ਦੇ ਨੁਕਸ ਪੈ ਜਾਂਦੇ ਹਨ। ਇਸ ਲਈ ਸਿਲਾਈ ਤੋਂ ਪਹਿਲਾਂ ਵੱਖ-ਵੱਖ ਨਾਪਾਂ ਦਾ ਡਰਾਫਟ ਬਣਾਉਣ ਦਾ ਅਭਿਆਸ ਹੋਣਾ ਜ਼ਰੂਰੀ ਹੈ, ਕਿਉਂਕਿ ਠੀਕ ਅਭਿਆਸ ਨਾਲ ਹੀ ਸੀਤਾ ਕੱਪੜਾ ਠੀਕ ਸੀਤਾ ਹੁੰਦਾ ਹੈ। ਮੈਂ ਜਿਹੜੇ ਬੱਚੇ ਨਵੇਂ ਜੁੜੇ ਹੈ ਤੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ, ਲੇਕਿਨ ਜੋ ਬੱਚੇ ਰੈਗੂਲਰ ਆ ਰਹੇ ਨੇ ਕਲਾਸ ਵਿੱਚ ਉਹਨਾਂ ਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਡਰਾਫਟ ਬਣਾਉਂਦੇ ਹਾਂ, ਡਰਾਫਟ ਦੇ ਵਿੱਚ ਥੰਬ ਰੂਲਸ ਨੇ।
ਥੰਬ ਰੂਲ ਯਾਨੀ ਕਿ ਬੇਸਿਕ ਰੂਲ। ਸਾਡੇ ਇਹ ਨਹੀਂ ਹੈ ਕਿ ਅਸੀਂ ਸੀਵਿੰਗ ਟੈਕਨੋਲੋਜੀ ਕਰਦੇ ਹਾਂ, ਡਰੈਸ ਡਿਜ਼ਾਈਨਰ ਆ, ਸਾਡੇ ਰੂਲਸ ਨਹੀਂ ਹਨ। ਸਾਡੇ ਵੀ ਡਰਾਫਟਿੰਗ ਦੇ ਰੂਲਸ ਨੇ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ। ਜਦੋਂ ਵੀ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ, ਨਵਜੋਤ ਮੈਮ ਵੈਲਕਮ ਹੈ ਤੁਹਾਡਾ, ਤਾਂ ਤੁਸੀਂ ਇੱਥੇ ਕਰ ਸਕਦੇ ਹੋ ਤੇ ਤੁਸੀਂ ਡਰਾਫਟ ਬਣਾਉਂਦੇ ਹੋ, ਉਸਨੂੰ ਸਹੀ ਨਾਪ ਹੋਣਾ ਚਾਹੀਦਾ। ਜਿਸ ਤਰ੍ਹਾਂ ਮੈਂ ਹਿਪ ਦਾ ਨਾਪ ਲੈਨੇ ਹਾਂ ਆਪਾਂ, ਹਿਪ 1/2 -1/9, ਐਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਨਾਪ ਕੋਈ ਵੀ ਹੋ ਸਕਦਾ ਹੈ, ਲੇਕਿਨ ਜੋ ਉਹਦੇ ਫਾਰਮੂਲਾਜ਼ ਹੈ ਕਿ ਉਹਦੇ ਫਾਰਮੂਲੇ ਕਿਸ ਤਰ੍ਹਾਂ ਹੋਣਗੇ। ਛਾਤੀ ਦਾ 1/4 ਹੋਏਗਾ, ਛਾਤੀ ਦਾ 1/4 -1 ਇੰਚ ਹੋਏਗਾ, ਕਿਉਂਕਿ ਬਲਾਊਜ਼ ਬਣਾਉਂਦੇ ਹਾਂ ਤਾਂ ਉਹਦਾ ਨਾਪ ਅਲੱਗ ਤੋਂ ਹੋ ਜਾਂਦੇ ਨੇ। ਜਦੋਂ ਅਸੀਂ ਆਪਣੇ ਲਈ ਸ਼ਰਟ ਬਣਾਉਂਦੇ ਹਾਂ ਜਾਂ ਲੂਜ਼ ਫਿਟਿੰਗ ਦਾ ਕੁੜਤਾ ਬਣਾਉਂਦੇ ਹਾਂ, ਉਹਦਾ ਨਾਪ ਅਲੱਗ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਕਿ ਵਸਤਰ ਕਿਸ ਕਿਸਮ ਦਾ ਬਣਾਉਣਾ ਹੈ। ਜਿਸ ਕਿਸਮ ਦਾ ਅਸੀਂ ਵਸਤਰ ਬਣਾਉਣਾ ਹੈ, ਉਸੇ ਕਿਸਮ ਦਾ ਹੀ ਸਾਨੂੰ ਨਾਪ ਦਾ ਧਿਆਨ ਰੱਖਣਾ ਪਏਗਾ। ਕਹਿੰਦੇ ਕੰਮ ਕਰਦੇ ਸਮੇਂ ਧਿਆਨ ਨਾ ਦੇਣਾ, ਕੰਮ ਕਰਨ ਵੇਲੇ ਧਿਆਨ ਕਿਸੇ ਹੋਰ ਪਾਸੇ ਹੋ ਜਾਂਦਾ ਹੈ, ਸਿਲਾਈ ਗਲਤ ਹੋ ਕੇ ਨੁਕਸ ਪੈ ਜਾਂਦਾ ਹੈ। ਭਾਵ ਕੱਪੜਾ ਕਿੰਨੀ ਹੀ ਸਫਾਈ ਨਾਲ ਸੀਤਾ ਜਾਵੇ, ਜੇ ਕੱਪੜਾ ਮਾਰਕਿਆਂ ਤੋਂ ਜਰਾ ਵੀ ਇੱਧਰ ਉੱਧਰ ਹੋ ਜਾਵੇ ਤਾਂ ਫਿਟਿੰਗ ਠੀਕ ਨਹੀਂ ਆਉਂਦੀ। ਜੋ ਅਸੀਂ ਪ੍ਰੋਪਰ ਉਸਨੂੰ ਫਿਟਿੰਗ ਦਿੱਤੀ ਹੁੰਦੀ ਹੈ, ਉਹ ਫਿਟਿੰਗ ਠੀਕ ਨਹੀਂ ਆਉਂਦੀ। ਠੀਕ ਹੈ, ਕਿਉਂਕਿ ਅਸੀਂ ਫਿਟਿੰਗ ਤਾਂ ਕੁਝ ਹੋਰ ਦਿੰਦੇ ਹਾਂ, ਮਾਰਕਿੰਗ ਤਾਂ ਅਸੀਂ ਕੁਝ ਹੋਰ ਕਰਦੇ ਹਾਂ, ਸਿਲਾਈ ਕਿਤੇ ਹੋਰ ਲਗਾ ਦਿੰਦੇ ਹਾਂ, ਤਾਂ ਉਦੋਂ ਵੀ ਕੱਪੜੇ 'ਚ ਇਹ ਨੁਕਸ ਪੈ ਜਾਂਦੇ ਹਨ। ਠੀਕ ਫਿਟਿੰਗ ਲਈ ਜ਼ਰੂਰੀ ਹੈ ਸਿਲਾਈਆਂ ਦਾ ਠੀਕ ਸਥਾਨ ਤੇ ਸਿਲਾਈ ਕੀਤੀ ਜਾਵੇ। ਠੀਕ ਹੈ, ਕਹਿੰਦੇ ਪਾਉਣ ਵਾਲੇ ਦੀ ਇੱਛਾ ਅਨੁਸਾਰ ਫਿਟ ਨਾ ਹੋਣਾ। ਵਸਤਰ ਸਾਫ ਸੁਥਰਾ ਤੇ ਸੋਹਣਾ ਤੇ ਇੱਛਾ ਅਨੁਸਾਰ ਫਿਟ ਜਾਂ ਖੁੱਲਾ ਨਹੀਂ ਬਣਾਇਆ ਗਿਆ ਤਾਂ ਪਾਉਣ ਵਾਲੇ ਦੀ ਪਸੰਦ ਨਹੀਂ ਆਏਗਾ, ਉਸਦੀ ਫਿਟਿੰਗ ਦਾ ਨੁਕਸ ਪੈ ਜਾਪੇਗਾ। ਇਸ ਲਈ ਕੱਪੜਾ ਸਿਉਣ ਵੇਲੇ ਫਿਟਿੰਗ ਲਈ ਜ਼ਰੂਰੀ ਹੈ ਕਿ ਪਾਉਣ ਵਾਲੇ ਦੀ ਇੱਛਾ ਨੂੰ ਧਿਆਨ 'ਚ ਰੱਖੋ, ਉਹ ਫਿਟ ਕੱਪੜਾ ਪਾਉਣਾ ਪਸੰਦ ਕਰਦਾ ਹੈ ਜਾਂ ਲੂਜ਼। ਨਾਪ ਦੇ ਨਾਲ ਇਹ ਸਭ ਵੀ ਨੋਟ ਕਰੋ। ਜਦੋਂ ਤੁਸੀਂ ਕਸਟਮਰਸ ਦਾ ਨਾਪ ਲੈਂਦੇ ਹੋ ਤਾਂ ਆਪਣੀ ਜੋ ਤੁਹਾਡੀ ਪੁਸਤਕ ਹੁੰਦੀ ਹੈ, ਜੋ ਬੁੱਕ ਹੈ, ਜਿੱਥੇ ਤੁਸੀਂ ਨਾਪ ਨੋਟ ਡਾਊਨ ਕਰਦੇ ਹੋ, ਉੱਤੇ ਲਿਖ ਲਓ ਕਿ ਉਸਨੂੰ ਲੂਜ਼ ਕੱਪੜੇ ਪਸੰਦ ਹੈ ਜਾਂ ਖੁੱਲਾ ਕੱਪੜਾ ਪਸੰਦ ਹੈ। ਜਦੋਂ ਮੈਂ ਨਾਪ ਲੈਣ ਵਾਲਾ ਦੱਸਿਆ ਸੀ, ਉਦੋਂ ਮੈਂ ਇਹ ਕਰਵਾਇਆ ਸੀ, ਟ੍ਰਾਇਲ ਰੂਮ 'ਚ ਵੀ ਕਰਵਾਇਆ ਸੀਗਾ, ਤੇ ਕਿ ਉਹ ਨਾਪ ਲੈਣ ਲੱਗੇ ਸਾਨੂੰ ਸਾਰੀ ਚੀਜ਼ਾਂ ਦਾ ਨੋਟ ਡਾਊਨ ਕਰਨਾ ਪਏਗਾ। ਠੀਕ ਹੈ, ਕਹਿੰਦੇ ਸਿਲਾਈ ਦੀ ਗਲਤੀ ਕਾਰਨ ਆਮ ਤੌਰ ਤੇ ਵਸਤਰਾਂ 'ਚ ਹੇਠ ਲਿਖੇ ਨੁਕਸ ਪੈ ਜਾਂਦੇ ਹਨ। ਆਕਾਰ ਅਤੇ ਸਾਈਜ਼ ਦਾ ਨੁਕਸ। ਨਾਪ ਅਨੁਸਾਰ ਵਸਤਰਾਂ ਦਾ ਜਿੰਨਾ ਆਕਾਰ ਚਾਹੀਦਾ ਹੈ ਓਨਾ ਨਾ ਹੋਵੇ ਤਾਂ ਨੁਕਸ ਲੱਗਦਾ ਹੈ। ਜਿਸ ਤਰ੍ਹਾਂ ਫਰਾਕ ਦੇ ਵਿੱਚ ਅਸੀਂ ਅਨੁਪਾਤ ਬਾਡੀ ਦੀ ਲੰਬਾਈ ਜ਼ਿਆਦਾ ਦਿੱਤੀ ਜਾਵੇ ਪਰ ਫਰਾਕ ਪਾਈ ਹੋਈ ਫਿੱਟ ਤੇ ਦਿਖਾਈ ਨਹੀਂ ਦੇਵੇਗੀ। ਜਦੋਂ ਅਸੀਂ ਕੱਪੜਿਆਂ ਦੇ ਵਿੱਚ ਅਨੁਪਾਤ ਅਨੁਸਾਰ ਨਹੀਂ ਕਰਾਂਗੇ, ਯਾਨੀ ਕਿ ਬਾਡੀ ਦੀ ਲੰਬਾਈ ਔਰ ਸਕਰਟ ਦੀ ਲੰਬਾਈ ਤਕਰੀਬਨ ਸੇਮ ਰੱਖਦੇ ਹਾਂ, ਕਈ ਵਾਰ ਬਾਡੀ ਦੀ ਲੰਬਾਈ ਘੱਟ ਰੱਖ ਦਿੰਦੇ ਹਾਂ ਜਾਂ ਜ਼ਰੂਰਤ ਤੋਂ ਜ਼ਿਆਦਾ ਹੀ ਘੱਟ ਰੱਖ ਦਿੰਦੇ ਹਾਂ, ਤਦ ਵੀ ਇਹ ਨੁਕਸ ਨਹੀਂ ਲੱਗੇਗਾ। ਜਾਂ ਸਕਰਟ ਦੀ ਲੰਬਾਈ ਜਾਂ ਚੌੜਾਈ ਜ਼ਰੂਰਤ ਤੋਂ ਜ਼ਿਆਦਾ ਘੱਟ ਰੱਖਦੀ ਤਦ ਵੀ ਉਹ ਨੁਕਸ ਲੱਗੇਗਾ। ਲੇਕਿਨ ਕਈ ਜਗ੍ਹਾ ਤੇ ਫੈਸ਼ਨ ਅਨੁਸਾਰ ਸਕਰਟ ਦੀ ਲੰਬਾਈ ਘੱਟ ਵੀ ਰੱਖੀ ਜਾਂਦੀ ਹੈ, ਫੈਸ਼ਨ ਅਨੁਸਾਰ। ਉੱਥੇ ਫੈਸ਼ਨ ਹੈ, ਉੱਥੇ ਨੁਕਸ ਨਹੀਂ ਹੈ। ਸੌਰੀ। ਕਹਿੰਦੇ ਸਥਾਨ ਦਾ ਨੁਕਸ। ਪੋਸ਼ਾਕ ਦੇ ਕਈ ਭਾਗਾਂ ਵਿੱਚ ਜੇ ਠੀਕ ਸਥਾਨ ਤੇ ਨਹੀਂ ਹੈ ਤਾਂ ਨੁਕਸ ਲੱਗੇਗਾ ਅਤੇ ਠੀਕ ਫਿਟਿੰਗ ਨਹੀਂ ਆਵੇਗੀ। ਜਿਸ ਤਰ੍ਹਾਂ ਮਰਦਾਨਾ ਕਮੀਜ਼ ਜਾਂ ਬੁਰਸ਼ਟ ਦੇ ਵਿੱਚ ਜੇਬ ਨੀਵੀਂ ਲਗਾ ਦਿੱਤੀ ਜਾਵੇ ਜਾਂ ਛੋਟੀ ਵੱਡੀ ਲਗਾ ਦਿੱਤੀ ਜਾਵੇ ਤਾਂ ਸਿਲਾਈ ਨਾ ਜਾਣਨ ਵਾਲਾ ਦੂਰ ਤੋਂ ਹੀ ਦੇਖ ਕੇ ਗਲਤੀ ਲਗਾ ਸਕਦਾ ਹੈ, ਪਤਾ ਕਰ ਲੱਗ ਸਕਦਾ ਹੈ ਕਿ ਕਿਸ ਤਰ੍ਹਾਂ ਦਾ ਵਸਤਰ ਪਾਇਆ ਹੋਇਆ, ਭੱਦਾ ਲੱਗੇਗਾ। ਕਈ ਵਾਰ ਅਸੀਂ ਨਾ ਜ਼ਰੂਰਤ ਤੋਂ ਜ਼ਿਆਦਾ ਛੋਟੀ ਜਿਹੀ ਪਾਕਟ ਲਗਾ ਦਿੰਦੇ ਹਾਂ ਕਿ ਕੰਮ ਚਲਾਓ ਕਰ ਦਿੰਦੇ ਹਾਂ, ਤਾਂ ਉਹ ਵੀ ਇੱਕ ਨੁਕਸ ਹੈ। ਜਾਂ ਅਸੀਂ ਪਾਕਟ ਉੱਪਰ ਜਾਂ ਨੀਚੇ ਲਗਾ ਦਿੰਦੇ ਹਾਂ, ਤਦ ਉਹ ਵੀ ਇੱਕ ਨੁਕਸ ਹੈ। ਜਦੋਂ ਅਸੀਂ ਪਾਕਟ ਲਗਾਉਣੀ ਹੈ, ਸਾਨੂੰ ਯਥਾਰਥ ਸਥਾਨ ਪਤਾ ਹੋਣਾ ਚਾਹੀਦਾ ਹੈ ਕਿ ਪਾਕਟ ਕਿੱਥੇ ਲਗਾਈ ਗਈ ਹੈ। ਠੀਕ ਹੈ, ਤਦ ਵੀ ਤੁਹਾਨੂੰ ਇਹ ਚੀਜ਼ ਪਾਈ ਹੋਈ ਸੋਹਣੀ ਲੱਗੇਗੀ। ਮੋਢੇ ਦੀ ਸਿਲਾਈ ਕੁਝ ਅੱਗੇ ਜਾਂ ਪਿੱਛੇ ਹੋਵੇ, ਭਾਵ ਠੀਕ ਸਥਾਨ ਤੇ ਨਾ ਹੋਵੇ ਤਾਂ ਕੱਪੜੇ ਪਾਉਣ ਤੋਂ ਮੋਢੇ ਦੇ ਸਥਾਨ ਦਾ ਨੁਕਸ ਲੱਗੇਗਾ। ਇਸ ਨੂੰ ਡਾਟ ਕਮਰ ਦੇ ਥੱਲੇ ਜਾਂ ਬਹੁਤ ਉੱਪਰ ਹੋਣਾ, ਭਾਵ ਠੀਕ ਸਥਾਨ ਤੇ ਨਾ ਹੋਣਾ, ਕੱਪੜਾ ਸੀਤਾ ਹੋਇਆ ਵੀ ਚੰਗਾ ਨਹੀਂ ਲੱਗੇਗਾ, ਠੀਕ ਫਿਟ ਨਹੀਂ ਆਏਗਾ। ਜਦੋਂ ਤੁਸੀਂ ਸ਼ੋਲਡਰ ਤੇ, ਰੁਪਿੰਦਰ ਜੀ ਤੁਸੀਂ ਮਿਊਟ ਕਰ ਲਓ, ਰੁਪਿੰਦਰ ਜੀ ਮਿਊਟ ਕਰ ਲਓ, ਥੈਂਕ ਯੂ। ਤਾਂ ਤੁਹਾਨੂੰ ਇਹ ਪ੍ਰੋਬਲਮ ਲੱਗੇਗੀ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਕਰ ਰਹੇ ਹੋ। ਜੇ ਤੁਸੀਂ ਤੁਹਾਡੀ ਲਗਾਉਣ ਲੱਗੇ ਬਾਜੂ ਘੁੰਮ ਗਈ ਹੈ ਤਾਂ ਤੁਸੀਂ ਪਾਓਗੇ ਨਾ, ਤੁਹਾਨੂੰ ਬਾਜੂ ਤੇ ਖਿੱਚ ਮਹਿਸੂਸ ਹੋਏਗੀ,
तद भी थानू ये प्रॉब्लम आएगी। ये नुक्स ने ਜਿਹੜੇ ਅਸੀਂ दूर कर सकते हैं सिर्फ थोड़ा ਜਿਹਾ ध्यान रखने ਨਾਲ। चूड़ीदार पजामे विच घुटना मोरी तो वड्डा ना बन जाए, ਜਾਂ ਮੋਰੀ ਜਿੰਨਾ ਬਣ ਜਾਵੇ ਤਾਂ ਪਜਾਮਾ ਸੀਤਾ ਹੋਇਆ ਲੰਬਾ ਚੰਗਾ ਨਹੀਂ ਲੱਗੇਗਾ, ਪਾਉਣ ਵਾਲੇ ਦਾ ਗੋਡਾ ਠੀਕ ਫਿੱਟ ਨਹੀਂ ਆਏਗਾ। ਜਦੋਂ ਅਸੀਂ ਜਿੰਨੀ ਅਸੀਂ ਪੈਰ ਦੀ ਮੋਰੀ ਚੂੜੀਦਾਰ ਪਜਾਮੇ 'ਚ ਰੱਖਾਂਗੇ ਓਨਾ ਹੀ ਅਸੀਂ ਅੱਗੇ ਕਰ ਲਾਂਗੇ ਤਾਂ ਉਹ ਓਨਾ ਹੀ ਸਾਨੂੰ ਬੁਰਾ ਲੱਗੇਗਾ, ਕਿਉਂਕਿ ਫਸੇਗਾ ਹੀ ਨਹੀਂ। ਕਿਉਂਕਿ ਪੈਰ ਦੀ ਮੋਰੀ ਛੋਟੀ ਹੁੰਦੀ ਹੈ, ਗੋਡਾ ਸਾਡਾ ਘੁਟਣਾ ਹੈ ਜੋ ਵੱਡਾ ਹੁੰਦਾ ਹੈ। क्योंकि घुटने दा नाप असी मोरी जिन्ना रख लांगे तो फस जाएगा उत्थे ही, तो इसलिए ये भी एक नुक्स हो जाएगा। कहते शक्ल, अगर जो असी कपड़ा देखते हैं ना तो फस्ट ऑफ ऑल उसकी शक्ल देखते हैं, कपड़े की शक्ल। शक्ल का मतलब साड़ी ही शक्ल नहीं है, उधर बनतर किहो जी है तो उसकी शक्ल देखते हैं किस तरह की है। कहते शक्ल का नुक्स, जे वस्त्र की शक्ल जिस तरह चाहिए है उस तरह की नहीं है तो नुक्स लगेगा। जिवें कॉलर की शेप ठीक ना है, नोकां बहुत लंबियां ਜਾਂ छोटियां होण नुक्स हुंदा है। ਜਦੋਂ ਸ਼ਰਟ ਬਣਾਉਂਦੇ ਆ ਉਹਨਾਂ ਦੀ ਨੋਕ ਕਈ ਵਾਰ ਆਪਾਂ ਕਹਿੰਦੇ ਨਾ ਇੱਕ ਨੋਕ ਬਹੁਤ ਸੋਹਣੀ ਨਿਕਲੀ, ਇੱਕ ਨੋਕ ਠੀਕ ਨਹੀਂ ਨਿਕਲੀ, ਉਹ ਵੀ ਨੁਕਸ ਹੈ। ਸਾਡੀਆਂ ਦੋਹੇ ਨੋਕ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ। ਤੇ ਇਸ ਤਰ੍ਹਾਂ ਵੀ ਸਾਨੂੰ ਦੇਖਣ 'ਚ ਪਤਾ ਲੱਗ ਜਾਂਦਾ ਕਿ ਨੁਕਸ ਹੈ। ਆਪਾਂ ਇਸ ਲਾਈਨ 'ਚ ਸਾਨੂੰ ਨੁਕਸ ਬਹੁਤ ਜਲਦੀ ਨਜ਼ਰ ਆਉਂਦੇ ਨੇ। ਜਿਹੜੇ ਬੱਚਿਆਂ ਨੂੰ ਕਈ ਨੁਕਸ ਇਹੋ ਜਿਹੇ ਹੁੰਦੇ ਨੇ ਜਿਹਨੂੰ ਸਿਲਾਈ ਬਾਰੇ ਨੌਲੇਜ ਵੀ ਨਹੀਂ ਹੁੰਦੀ ਨਾ, ਡਰੈਸ ਡਿਜ਼ਾਈਨਿੰਗ ਬਾਰੇ, ਉਹਨੂੰ ਵੀ ਪਤਾ ਲੱਗਦਾ ਅੱਛਾ ਇਹ ਨੁਕਸ ਹੈ, ਇਹ ਇੱਥੇ ਕੁਝ ਗੜਬੜ ਹੈ। ਉਹ ਇਸੇ ਲਈ ਪਤਾ ਲੱਗ ਜਾਂਦਾ ਹੈ ਕਿਉਂਕਿ ਉਸਨੂੰ ਪਹਿਨਣ ਤੇ ਅੱਛਾ ਫੀਲ ਨਹੀਂ ਹੁੰਦਾ। ਕਹਿੰਦੇ ਬੱਚੇ ਦੀ ਫਰਾਕ ਤੇ ਮਰਦਾਨਾ ਕਮੀਜ਼ ਵਰਗੀ ਜੇਬ ਲਗਾ ਦਈਏ ਤਾਂ ਉਹ ਵੀ ਨੁਕਸ ਹੈ। ਜਿਸ ਨਾਪ ਦਾ ਕੱਪੜਾ ਹੋਵੇ ਉਸੇ ਨਾਪ ਦਾ ਕਾਲਰ, ਤੀਰਾ, ਜੇਬ ਆਦਿ ਲਗਾਉਣੀ ਚਾਹੀਦੀ ਹੈ। ਠੀਕ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਛੋਟਾ ਕੱਪੜਾ ਛੋਟਾ ਜਿਹਾ ਬਣਾਇਆ, ਜੇਬਾਂ ਵੱਡੀਆਂ ਲਗਾਤੀਆਂ ਜਾਂ ਕਾਲਰ ਵੱਡੇ ਸਾਰੇ ਲਗਾ ਦਿੱਤੇ ਹੈਗੇ। ਹਮੇਸ਼ਾ ਅਸੀਂ ਕਾਲਰ, ਜੇਬ ਉਹਦੇ ਡਿਜ਼ਾਈਨ ਹਿਸਾਬ ਨਾਲ, ਜਦੋਂ ਅਸੀਂ ਫਰਾਕ ਤੇ ਕਾਲਰ ਲਗਾਉਂਦੇ ਹਾਂ ਤਾਂ ਫਰਾਕ ਦੇ ਡਿਜ਼ਾਈਨ ਦੇ ਹਿਸਾਬ ਨਾਲ ਕਾਲਰ ਲਗਾਏ ਜਾਂਦੇ ਹਨ। ਜਦੋਂ ਜੈਂਟਸ ਕੱਪੜਿਆਂ ਦੇ ਕਾਲਰ ਲੱਗਦੇ ਹਨ, ਚਾਹੇ ਸਟੈਂਡ ਕਾਲਰ ਲਗਾਈਏ, ਚਾਹੇ ਅਸੀਂ ਟੈਨਿਸ ਕਾਲਰ ਲਗਾਈਏ, ਚਾਹੇ ਅਸੀਂ ਜੇਬ ਬੈਨ ਵਾਲਾ ਕਾਲਰ ਲਗਾਈਏ, ਤਾਂ ਅਸੀਂ ਉਹ ਸੇਮ ਤਰ੍ਹਾਂ ਦੇ ਕਾਲਰਸ ਲਗਾ ਸਕਦੇ ਹਾਂ। ਠੀਕ ਹੈ, ਅਨੁਪਾਤ ਦਾ ਨੁਕਸ। ਅਨੁਪਾਤ ਕੀ ਹੈ? ਸਾਡੇ ਸੇਵਿੰਗ ਟੈਕਨੋਲੋਜੀ 'ਚ ਅਨੁਪਾਤ ਮਤਲਬ ਕੱਪੜਿਆਂ ਦਾ ਬੈਲੈਂਸ। ਕੱਪੜਿਆਂ ਦਾ ਬੈਲੈਂਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਕੱਪੜਾ ਜ਼ਰੂਰਤ ਤੋਂ ਜ਼ਿਆਦਾ ਵੱਡਾ ਜਾਂ ਛੋਟਾ ਜਾਂ ਕੁਝ ਗਲਤ ਹੋ ਗਿਆ ਹੈ। ਠੀਕ ਹੈ, ਉਹ ਅਨੁਪਾਤ ਵੀ ਦੇਖਣਾ। ਕਹਿੰਦੇ ਅਨੁਪਾਤ ਦਾ ਅਰਥ ਹੈ ਅੰਮ੍ਰਿਤਸਰ ਤੋਂ ਵਿਧੀ ਹੈ ਆਪਣੇ ਨਾਲ, ਵੈਲਕਮ ਵਿਧੀ। ਇਸ ਅਨੁਪਾਤ ਵਿੱਚ 70 ਸੈਂਟੀਮੀਟਰ ਕਹਿੰਦੇ ਕਮਰ ਚਾਹੀਦੀ ਹੈ। ਜੇ ਘੱਟ ਵੱਧ ਹੈ ਜਾਂ ਅਨੁਪਾਤ ਠੀਕ ਨਹੀਂ ਹੈ, ਛਾਤੀ ਦਾ ਨਾਪ ਲੈ ਕੇ ਤੀਰਾ, ਆਸਤੀਨ, ਮੋਢੇ ਦੀ ਲੰਬਾਈ ਆਦਿ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪਰ ਜੇ ਇਹ ਅਨੁਮਾਨ ਨਾਪ ਅਨੁਸਾਰ ਨਾ ਰੱਖਿਆ ਜਾਵੇ ਤਾਂ ਨੁਕਸ ਲੱਗਦਾ ਹੈ, ਵਸਤਰ ਠੀਕ ਫਿੱਟ ਨਹੀਂ ਆਏਗਾ। ਜਦੋਂ ਅਸੀਂ ਕੱਪੜੇ ਦੇ ਤੀਰਾ ਲੈਨੇ ਹਾਂ, ਹੁਣ ਆਪਣਾ ਇੱਕ ਥੰਬ ਰੂਲ ਹੈ, ਲੇਡੀਜ਼ ਚਾਹੇ ਮੋਟੀ ਹੈ, ਪਤਲੀ ਹੈ, ਕਿਸੇ ਵੀ ਤਰ੍ਹਾਂ ਦੀ ਹੈ, ਤਾਂ ਉਸਦਾ ਤੀਰੇ ਦੀ ਚੌੜਾਈ 14 ਸੈਂਟੀਮੀਟਰ ਹੀ ਹੋਏਗੀ। ਠੀਕ ਹੈ, आस्तीन की लंबाई तकरीबन लेडीज मोटी है चाहे छोटी है, पतली है, ਉਹਦੀ आस्तीन की लंबाई 20 ਤੋਂ 22 इंच ही लंबी होएगी। ਸਾਨੂੰ ਇਸ ਤਰ੍ਹਾਂ ਦੇ ਕੁਝ ਥੰਬ ਰੂਲ ਹੈ ਜੋ ਸਾਨੂੰ ਯਾਦ ਰੱਖਣੇ ਪੈਣਗੇ। ਇਹ ਇੱਥੇ ਵੀ ਉਸੇ ਤਰ੍ਹਾਂ ਹੀ ਕੰਮ ਕਰਨਗੇ। ਸਿਮੈਟਰੀ, ਕਹਿੰਦੇ ਸਿਮੈਟਰੀ ਠੀਕ ਨਾ ਹੋਣਾ। ਕਿਸੇ ਵੀ ਤਰ੍ਹਾਂ ਦੇ ਵਸਤਰਾਂ ਦੇ ਦੋ ਭਾਗ ਹੁੰਦੇ ਹਨ ਜਿਹੜੇ ਇੱਕੋ ਜਿਹੇ ਅਤੇ ਇੱਕ ਜਿੱਡੇ ਹੋਣੇ ਚਾਹੀਦੇ ਹਨ। ਜੇ ਇਸ ਤਰ੍ਹਾਂ ਨਹੀਂ ਹੈ ਤਾਂ ਨੁਕਸ ਹੈ। ਜਿਵੇਂ ਪਜਾਮੇ ਦੀ ਮੋਹਰੀ ਤੰਗ ਜਾਂ ਖੁੱਲੀ ਹੋ ਰੱਖੀ ਜਾਵੇ, ਕਮੀਜ਼ ਦੀ ਇੱਕ ਆਸਤੀਨ ਦੀ ਲੰਬਾਈ ਦੂਜੀ ਛੋਟੀ ਹੋਵੇ, ਇਸ ਤਰ੍ਹਾਂ ਵੀ ਕਾਲਰਾਂ ਦੇ ਦੋਹੇ ਨੋਕਾਂ ਦਾ ਇੱਕੋ ਜਿਹਾ ਨਾ ਹੋਵੇ ਤਾਂ ਨੁਕਸ ਹੈ। ਇਸ ਤਰ੍ਹਾਂ ਦੇ ਨੁਕਸ ਹੋਣ ਨਾਲ ਕੇਵਲ ਫਿਟਿੰਗ ਵਿੱਚ ਹੀ ਫਰਕ ਨਹੀਂ ਆਉਂਦਾ, ਸਗੋਂ ਵਸਤਰ ਪਾਇਆ ਹੋਇਆ ਵੀ ਭੱਦਾ ਲੱਗਦਾ ਹੈ। ਠੀਕ ਹੈ, ਇਸ ਤਰ੍ਹਾਂ ਸਾਨੂੰ ਕੱਪੜਾ ਪਾਇਆ ਹੋਇਆ ਬਹੁਤ ਹੀ ਬੁਰਾ ਲੱਗੇਗਾ ਜਦੋਂ ਅਸੀਂ ਕੱਪੜਾ ਨਹੀਂ ਕਰਾਂਗੇ। ਸਧਾਰਨ ਨੁਕਸ ਨੂੰ ਦੂਰ ਕਰਨ ਦੇ ਉਪਾਏ। ਕਹਿੰਦੇ ਲੇਡੀਜ਼ ਕਮੀਜ਼ਾਂ ਵਿੱਚ ਗੋਲ ਗਲੇ ਦੀ ਲੋੜ ਹੋਵੇ ਤਾਂ ਵਧੇਰੇ ਖੁੱਲਾ ਬਣ ਜਾਂਦਾ ਹੈ। ਉਪਾਏ, ਇਸ ਨੂੰ ਬਰੀਕ ਕੱਚਾ ਪਾ ਕੇ ਧਾਗਾ ਖਿੱਚ ਕੇ ਉਂਝ ਹੀ ਚੋਣਾ ਪਾ ਕੇ ਠੀਕ ਕੀਤਾ ਜਾ ਸਕਦਾ ਹੈ। ਮੈਚਿੰਗ ਲੈਸ, ਫੀਤਾ ਆਦਿ ਲਗਾ ਕੇ ਸੁੰਦਰ ਡਿਜ਼ਾਈਨ ਬਣਾ ਸਕਦੇ ਹਾਂ। ਠੀਕ ਹੈ, कोई हो रही है। खुशी बेटा अपना म्यूट करो प्लीज। कहते पूरी आस्तीन ਦਾ ਬਾਂਹ ਤੋਂ
ਬਿਲਕੁਲ ਫਿੱਟ ਨਾ ਹੋਣਾ ਪਾਉਣ ਵਾਲੇ ਲਈ ਕਈ ਜ਼ਰਾ ਸਿਲਵਟ ਪੈ ਜਾਂਦੇ ਹਨ। ਕਾਰਨ ਆਸਤੀਨ ਦੀ ਅੰਦਰੂਨੀ ਲੰਬਾਈ ਦਾ ਲੋੜ ਤੋਂ ਵੱਧ ਹੋਣਾ। ਉਪਾਏ ਕਫ ਵਾਲੀ ਆਸਤੀਨ ਦਾ ਕਫ ਉਤਾਰ ਲਓ ਤੇ ਇੰਜ ਨਹੀਂ ਹੋਏ ਤਾਂ ਕਲਾਈ ਦੇ ਸਥਾਨ ਤੋਂ ਆਸਤੀਨ ਨੂੰ ਅੰਦਰੂਨੀ ਕਟਾਈ ਉਨੀ ਹੀ ਵਧਾ ਕੇ ਕਰੋ ਜਿੰਨੇ ਵੱਟ ਪੈ ਜਾਣ। ਅਗਰ ਤੁਸੀਂ ਕੱਪੜੇ ਸੀਤੇ ਹੋਏ ਹਨ ਇਹ ਤਾਂ ਤੁਹਾਨੂੰ ਜੋ ਇਹ ਨੁਕਸ ਦੱਸ ਰਹੇ ਆ ਤੇ ਇਹਦੇ ਬਾਰੇ ਜਾਣਕਾਰੀ ਹੋਏਗੀ, ਜਾਂ ਤੁਸੀਂ ਆਪਣੇ ਬ੍ਰਦਰ ਦੇ ਸ਼ਰਟਸ ਵਗੈਰਾ ਜਾਂ ਆਪਣੇ ਫਾਦਰ ਦੀ ਸ਼ਰਟ ਦੇਖਣਾ, ਤੁਹਾਨੂੰ ਉੱਥੇ ਉਹ ਨੁਕਸ ਮਿਲਣਗੇ। ਅਗਰ ਕਿਤੇ ਮਿਲਦੇ ਹਨ ਤੁਸੀਂ ਉਸਨੂੰ ਕੱਟ ਆਫ ਕਰਕੇ ਉਸਨੂੰ ਠੀਕ ਕਰ ਸਕਦੇ ਹੋ। ਠੀਕ ਹੈ। ਮੋਢੇ ਦੀ ਸਿਲਾਈ ਦਾ ਨੁਕਸ, ਜੇ ਮੋਢਾ ਦੇ ਸਾਹਮਣੇ ਵੱਟ ਪੈਂਦੇ ਹੋਣ ਤਾਂ ਇਸ ਦੇ ਕਾਰਨ ਮੋਢੇ ਦੀ ਸਿਲਾਈ ਠੀਕ ਸਥਾਨ ਤੇ ਨਾ ਹੋਣਾ। ਉਪਾਏ ਮੋਢੇ ਦੀ ਸਿਲਾਈ ਉਧੇੜ ਕੇ ਜਿੱਥੇ ਵੱਟ ਪੈਂਦੇ ਹੋਣ ਉਸ ਪਾਸੇ ਦੀ ਕਟਾਈ ਵੱਧ ਕਰ ਦਿੱਤੀ ਜਾਂਦੀ ਹੈ। ਮੋਢੇ ਦੀ ਕਾਟ ਵੱਧ ਕਰਨ ਨਾਲ ਇਹ ਨੁਕਸ ਠੀਕ ਹੋ ਜਾਂਦਾ ਹੈ, ਯਾਨੀ ਕਿ ਨੁਕਸ ਕੁਝ ਠੀਕ ਵੀ ਹੋ ਜਾਂਦੇ ਹਨ। ਪੂਰੀ ਆਸਤੀਨ ਵਾਲੇ ਬਾਂਹ ਤੋਂ ਬਿਨਾਂ ਫਿੱਟ ਹੋਣ, ਬਿਲਕੁਲ ਫਿੱਟ ਹੋਣਾ ਤੇ ਪਾਉਣ ਵਾਲੇ ਦੀ ਕਲਾਈ ਦੇ ਸਥਾਨ ਤੋਂ ਜਰਾ ਵੀ ਸਿਲਵਟ ਪੈ ਜਾਂਦੀਆਂ ਹਨ। ਕਹਿੰਦੇ ਕਾਰਨ ਆਸਤੀਨ ਦੀ ਅੰਦਰੂਨੀ ਲੰਬਾਈ ਦਾ ਵੱਧ ਹੋਣਾ। ਦੇਖੋ ਤੁਸੀਂ ਅਗਰ ਆਸਤੀਨ ਦੀ ਲੰਬਾਈ, ਅੰਦਰੂਨੀ ਲੰਬਾਈ ਪਿਕਚਰ 'ਚ ਦਿਖਾਇਆ ਗਿਆ ਅੰਦਰੂਨੀ ਵੱਧ ਹੋਵੇ ਤਾਂ ਇਹ ਨੁਕਸ ਪੈ ਜਾਂਦਾ ਹੈ। ਠੀਕ ਹੈ। ਕਹਿੰਦੇ ਕਫ ਵਾਲੀ ਆਸਤੀਨ ਹੋਵੇ ਤਾਂ ਕਫ ਉਤਾਰ ਲਓ, ਨਹੀਂ ਤਾਂ ਇੰਜ ਨਾ ਕਰੋ ਕਿ ਕਲਾਈ ਦੇ ਸਥਾਨ ਤੇ ਅੰਦਰੂਨੀ ਕਟਾਈ ਉਨੀ ਹੀ ਵੱਧ ਜਾਵੇ। ਠੀਕ ਹੈ। ਮੋਢੇ ਦਾ ਨੁਕਸ, ਮੋਢੇ ਦੀ ਸਿਲਾਈ ਦੇ ਵਿੱਚ ਅਗਰ ਨੁਕਸ ਪੈ ਜਾਵੇ ਤਾਂ ਮੋਢੇ ਨੂੰ ਕੱਟ ਲੈਣਾ ਚਾਹੀਦਾ। ਜੇ ਮੋਢੇ ਦੇ ਸਾਹਮਣੇ ਵੱਟ ਪੈਂਦੇ ਹੋਣ ਜਾਂ ਮੋਢੇ ਦੀ ਸਿਲਾਈ ਠੀਕ ਨਾ ਹੋਵੇ ਉਸ ਸਥਾਨ ਤੇ ਉਪਾਏ ਮੋਢੇ ਦੀ ਸਿਲਾਈ ਉਧੇੜ ਕੇ ਜਿੱਥੇ ਵੱਟ ਪੈਂਦੇ ਹਨ ਉਸ ਨੂੰ ਦੀ ਕਟਾਈ ਵਧਾ ਕੇ ਕਰ ਲਓ ਤੇ ਮੋਢੇ, ਅਗਰ ਤੁਹਾਡੇ ਮੋਢੇ ਦੇ ਵੱਟ ਪੈ ਜਾਂਦੇ ਹਨ ਤਾਂ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ। ਉਸਨੂੰ ਉਧੇੜ ਕੇ ਪੂਰਾ ਮਿਊਟ ਕਰ ਲਓ ਬੇਟਾ, ਤਾਂ ਤੁਸੀਂ ਉਹ ਠੀਕ ਕਰ ਸਕਦੇ ਹੋ। ਲੇਡੀਜ਼ ਕਮੀਜ਼ ਦੀ ਸਿਲਾਈ ਸਾਈਡ ਦੀ ਅਤੇ ਆਰਮ ਹੋਲ ਤੇ ਵੱਟ ਪੈਣੇ। ਆਰਮ ਹੋਲ ਹੁੰਦਾ ਮੋਢਾ, ਜਿੱਥੇ ਤੁਹਾਡੀ ਕਮੀਜ਼ ਦਾ ਮੋਢਾ ਜੁੜਦਾ ਹੈ ਉਹਨੂੰ ਆਰਮ ਹੋਲ ਕਹਿੰਦੇ ਨੇ। ਕਹਿੰਦੇ ਕਾਰਨ ਕਮੀਜ਼ ਦੇ ਪਿਛਲੇ ਪਾਸੇ ਉਧੇੜ ਕੇ ਅਗਲੇ ਪਾਸੇ ਦੀ ਲੰਬਾਈ ਜ਼ਿਆਦਾ ਰੱਖੀ ਗਈ ਹੈ। ਧੱਕੇ ਜ਼ੋਰ ਨਾਲ ਦੋਵੇਂ ਸਿਲਾਈਆਂ ਇਕੱਠੀਆਂ ਸੀ ਦਿੱਤੀਆਂ ਗਈਆਂ ਹਨ। ਜਦੋਂ ਅਸੀਂ ਕੱਪੜਾ ਖਿੱਚ ਕੇ ਜੋੜ ਦਿੰਦੇ ਆ, ਮੋਢੇ ਦੀ ਸਾਡੇ ਕੋਲ ਮੋਢਾ ਪੂਰਾ ਨਹੀਂ ਹੋਵੇ ਤਾਂ ਇਹ ਨੁਕਸ ਪੈ ਜਾਂਦਾ ਹੈ। ਕਹਿੰਦੇ ਉਪਾਏ ਸਾਈਡ ਦੀ ਸਿਲਾਈ ਉਧੇੜ ਕੇ ਅਗਲੇ ਪਾਸੇ ਦੀ ਬਗਲ ਤੋਂ 5 ਸੈਂਟੀਮੀਟਰ ਜਾਂ 7 ਸੈਂਟੀਮੀਟਰ ਜਿੰਨੀ ਲੰਬੀ ਚਾਹੀਦੀ ਹੈ ਉਨੀ ਡਾਟ ਪਾ ਲਈ ਜਾਵੇ ਤਾਂ ਇਹ ਡਾਟ ਕਮੀਜ਼ ਦੇ ਅਗਲੇ ਪਾਸੇ ਦੋਹਾਂ ਸਾਈਡਾਂ ਤੇ ਹੋਵੇ ਤੇ ਇਸ ਤਰ੍ਹਾਂ ਵੀ ਉਹ ਨੁਕਸ ਦੂਰ ਹੋ ਜਾਂਦਾ ਹੈ। ਠੀਕ ਹੈ। ਲੇਡੀਜ਼ ਕਮੀਜ਼ ਦੇ ਪਿਛਲੇ ਗੋਲਾਈ ਦੇ ਨਾਲ ਪਿਛਲੇ ਪਾਸੇ ਵੱਟ ਪੈ ਜਾਂਦੇ ਜਿਸ ਤਰ੍ਹਾਂ ਪਿਕਚਰ 'ਚ ਦਿਖਾਇਆ ਗਿਆ, ਵੱਟ ਪੈ ਜਾਂਦੇ ਅਗਲੇ ਪਾਸੇ, ਕਾਰਨ ਹੈ ਅਗਲੇ ਪਾਸੇ ਤੋਂ ਪਿਛਲਾ ਪਾਸਾ ਵੱਧ ਹੋ ਜਾਂਦਾ ਹੈ। ਉਪਾਏ ਸਾਈਡ ਮੋਢੇ ਦੀ ਸਿਲਾਈ ਉਧੇੜ ਕੇ ਪਿਛਲਾ ਪਾਸਾ ਜਰਾ ਉੱਪਰ ਚੁੱਕ ਕੇ ਫਿਰ ਮੋਢੇ ਦੀ ਸਿਲਾਈ ਕਰ ਦਿਓ ਜਾਂ ਬਗਲ ਤੋਂ ਸਿਲਾਈ ਵਿੱਚ ਜ਼ਿਆਦਾ ਕੱਪੜਾ ਦੇ ਕੇ ਦਿੱਤਾ ਜਾਵੇ ਤਾਂ ਇਹ ਨੁਕਸ ਠੀਕ ਹੋ ਜਾਏਗਾ। ਠੀਕ ਹੈ। ਇਹ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਆਪਣਾ ਇਹ ਹਾਫ ਪਾਰਟ ਹੈ ਅੱਜ ਦਾ। ਅਗਰ ਕਿਸੇ ਦੀ ਕੁਐਰੀਜ਼ ਹੈ ਤਾਂ ਉਹ ਮੈਨੂੰ ਦੱਸ ਸਕਦੇ ਨੇ ਤੇ ਬਾਕੀ ਆਪਾਂ ਲੈਸਨ ਕੱਲ ਕਰਾਂਗੇ, ਕਿਉਂਕਿ ਜਿਹੜੇ ਨੁਕਸ ਨੇ ਨਾ, ਅਗਰ ਤੁਸੀਂ ਨੁਕਸ ਨਹੀਂ ਠੀਕ ਕਰੋਗੇ, ਨਹੀਂ ਕਰੋਗੇ, ਇਹਨਾਂ ਨੂੰ ਨੋਟ ਡਾਊਨ ਨਹੀਂ ਕਰੋਗੇ ਤਾਂ ਤੁਹਾਡੇ ਕਮੀਜ਼ ਤੁਸੀਂ ਇਸ ਤਰ੍ਹਾਂ ਹੀ ਚਲਾਓਗੇ, ਚਲੋ ਚੱਲ ਰਿਹਾ ਤਾਂ ਚੱਲ ਰਿਹਾ ਨਹੀਂ ਹੈ, ਉਸਨੂੰ ਖਿੱਚਣਾ ਨਹੀਂ ਹੈ। ਤੁਸੀਂ ਇੱਕ ਡਿਜ਼ਾਈਨਰ ਹੋ, ਇਨ ਫਿਊਚਰ ਤੁਸੀਂ ਇੱਕ ਬਹੁਤ ਵਧੀਆ ਡਰੈਸ ਡਿਜ਼ਾਈਨਰ ਬਣਨਾ ਹੈ ਤਾਂ ਤੁਸੀਂ ਅਗਰ ਇਹ ਚੀਜ਼ਾਂ ਫੋਲੋ ਨਹੀਂ ਕਰੋਗੇ, ਕਿਉਂਕਿ ਅਗਰ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਥੇ ਪੜ੍ਹਾ ਦਿੱਤਾ ਕਿ ਇਸ ਤਰ੍ਹਾਂ ਦੇ ਨੁਕਸ ਆਉਂਦੇ ਨੇ, ਲੇਕਿਨ ਤੁਸੀਂ ਉਹ ਨੁਕਸਾਂ ਨੂੰ ਨੋਟ ਨਹੀਂ ਕਰੋਗੇ, ਆਪਣੀ ਲਾਈਫ ਦੇ ਵਿੱਚ ਨਹੀਂ ਕੰਮ ਕਰੋਗੇ ਤਾਂ ਤੁਹਾਨੂੰ ਉਹਦੇ ਨੁਕਸ ਦੇ ਚੱਲੀ ਜਾਏਗਾ, ਕੱਪੜਾ ਤਾਂ ਪਾਉਣ 'ਚ ਚੱਲੀ ਜਾਏਗਾ ਖਿੱਚ ਧੂ ਕੇ, ਕਿਉਂਕਿ ਤੁਸੀਂ ਲੜਕੀਆਂ ਹੋ ਹਲੇ, ਤੁਸੀਂ ਆਪਣੇ ਹੀ ਕੱਪੜੇ ਦੇਖਣਾ। ਪਹਿਲਾਂ ਜੋ ਲੇਡੀਜ਼ ਫਿਗਰ ਹੁੰਦੀ ਹੈ ਉਹ ਲੜਕੀਆਂ ਦੀ ਫਿਗਰ ਤੋਂ ਡਿਫਰੈਂਟ ਹੁੰਦੀ ਹੈ। ਤੁਸੀਂ ਆਪਣੀ ਮਦਰ ਦੀ ਡਰੈਸਿਸ ਦੇਖਣਾ, ਆਪਣੇ ਜਿਹੜੇ ਹੈਲਦੀ ਬੰਦੇ ਹੋਣਗੇ, ਲੜਕੀਆਂ ਹੋਣਗੀਆਂ, ਉਹਨਾਂ ਦੀ ਦੇਖਣਾ, ਉਹਨਾਂ 'ਚ ਤੁਹਾਨੂੰ ਨੁਕਸ ਦਿਖਣੇ ਸ਼ੁਰੂ ਹੋਣਗੇ। ਗਲੇ ਦੇ ਵੱਟ ਪੈਣਾ, ਮੋਢੇ ਤੇ ਵੱਟ ਪੈਣਾ, ਬਗਲ ਤੇ। ਕਈਆਂ ਦਾ ਕੀ ਹੁੰਦਾ, ਬਾਰ-ਬਾਰ ਕਮੀਜ਼ ਅੱਗੇ ਗਿਰੀ ਜਾਂਦਾ ਹੈ, ਬਾਰ-ਬਾਰ ਕਮੀਜ਼ ਅੱਗੇ ਗਿਰਦਾ ਹੈ, ਗਲਾ ਅੱਗੇ ਗਿਰਦਾ ਹੈ ਤਾਂ ਛਾਤੀ ਨੰਗੀ ਹੋ ਜਾਂਦੀ ਹੈ। ਉਹਦਾ ਨੁਕਸ ਕੀ ਹੁੰਦਾ, ਉਹਦਾ ਗਲੇ ਤੇ ਨੁਕਸ ਨਹੀਂ ਹੁੰਦਾ, ਉਹਦੀ ਕਮਰ ਲੂਜ਼ ਹੁੰਦੀ ਹੈ। ਸਾਨੂੰ ਉਸਦੀ ਕਮਰ ਟਾਈਟ ਕਰਨੀ ਪਏਗੀ। ਜੇ ਸਾਡਾ, ਅਸੀਂ ਕਹਿੰਦੇ ਹਾਂ ਕਿ ਸਾਡੇ ਗਲਾ ਗਿਰ ਰਿਹਾ ਹੈ, ਜ਼ਿਆਦਾ ਗਿਰ ਰਿਹਾ ਹੈ, ਕਿਵੇਂ ਗਿਰਿਆ, ਉਦੋਂ ਸਾਡੇ ਗਲੇ 'ਚ ਨੁਕਸ ਨਹੀਂ ਹੁੰਦਾ, ਉਦੋਂ ਸਾਡੇ ਬਾਜੂ 'ਚ ਨੁਕਸ ਹੁੰਦਾ। ਬਾਜੂ ਟਾਈਟ ਹੋਏਗੀ ਤਾਂ ਤੁਹਾਡੇ ਗਲੇ ਦੇ ਪਿੱਛੇ ਖਿੱਚ ਪਏਗੀ, ਤੁਹਾਡੀ ਕਮਰ 'ਚ ਖਿੱਚ ਪਏਗੀ, ਤੁਹਾਨੂੰ ਕੰਫਰਟ ਨਹੀਂ ਫੀਲ ਹੋਏਗਾ। ਇਸ ਤਰ੍ਹਾਂ ਦੇ ਨੁਕਸ ਤੁਹਾਨੂੰ ਤੁਸੀਂ ਫੀਲ ਕਰ ਸਕਦੇ ਹੋ। ਠੀਕ ਹੈ।
ਤਾਂ ਮੈਂ ਚਾਹਾਂਗੀ ਕਿ ਜਿਹੜੇ ਬੱਚੇ ਅੱਜ ਨਵੇਂ ਆਏ ਹੈ ਆਪਣੀ ਵੀਡੀਓਜ਼ ਔਨ ਕਰ ਲੈਣ। ਪਲੀਜ਼ ਸਾਰੇ ਬੱਚੇ ਵੀਡੀਓ ਔਨ ਕਰ ਲਓ। ਮੈਂ ਸ਼ੇਅਰਿੰਗ ਸਟਾਪ ਕਰ ਦਿੰਦੀ ਹਾਂ। ਥੈਂਕ ਯੂ। क्योंकि अगर थानू कुछ नहीं समझ आएगा ना बच्चों, तो मैं थानू दोबारा भी समझा सकती हाँ। जड़ा मैं अपने गल कर रही थी कि मेरा ओके, थैंक यू सो मच। तुसी बड़े ध्यान नाल लेक्चर सुनिया। बाकी आपां कल करांगे, क्योंकि जदों एक दिन ही कर दो फिर हौच पौच जिहा हो जाता है, इसलिए नहीं करते हाँ एक दिन। ठीक है, ओके, थैंक यू, बाय। बाय।